ਸੁਬਹ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਜਿਸ ਗੱਲ ਨੂੰ ਖੁਦ ਮਿਰਜ਼ਾ ਗੁਲਾਮ ਕਾਦੀਆਨੀ ਇੱਕ ਦਫਾ ਕਹਿ ਕੇ ਉਹ ਜਿਵੇਂ ਉਹ ਹੈ ਨਹੀਂ ਇਹਨਾਂ ਦਾ ਆਪਣਾ ਬੜਾ ਵੱਡਾ ਮੁਰੱਬੀ ਹੈ, ਉਹਦੀ ਰਿਕਾਰਡਿੰਗ ਮੈਂ ਸੁਣ ਰਿਹਾ ਸਾਂ ਤੇ ਉਹ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਸੀ ਮਿਰਜ਼ਾ ਗੁਲਾਮ ਕਾਦੀਆਨੀ ਕਿ ਵੀ 5 ਮਿੰਟ 'ਚ ਉਹ ਨਬੀ ਤੇ 5 ਮਿੰਟ 'ਚ ਇਨਕਾਰ ਕਰਦਾ ਤੇ ਮੇਰੇ ਉਹ ਚੜੇ ਫਲਾਣੇ ਟਮਕਾਣੇ ਦੇ ਉੱਤੇ। ਤੇ ਉਹ ਇਸ ਤਰ੍ਹਾਂ ਦਾ ਸ਼ਊਰ ਤੇ ਇਹਨਾਂ ਨੂੰ ਉਸੇ ਦਿਨ ਆ ਜਾਣਾ ਚਾਹੀਦਾ ਸੀ ਜਦੋਂ ਮਿਰਜ਼ਾ ਗੁਲਾਮ ਕਾਦੀਆਨੀ ਨੇ ਮਰਨ ਤੋਂ ਪਹਿਲੇ ਸ਼ਰਤ ਰੱਖ ਕੇ ਕਿ ਜੇ ਝੂਠਾ ਆਇਆ ਤੇ ਉਹ ਸੱਚੇ ਦੀ ਜ਼ਿੰਦਗੀ 'ਚ ਮਰ ਜਾਏਗਾ। ਤੇ ਜੂ ਹੀ ਉਹ ਮਰ ਗਿਆ ਤੇ ਇਹਨਾਂ ਨੂੰ ਚਾਹੀਦਾ ਸੀ ਇਹਨਾਂ ਦੇ ਮਨ ਨਾਲੇ ਉਸ ਦਿਨ ਤੌਬਾ ਕਰ ਲੈਂਦੇ ਕਿ ਅੱਜ ਅੱਲਾਹ ਤਾਲਾ ਦਾ ਫੈਸਲਾ ਆ ਗਿਆ, ਮੂੰਹ ਮੰਗੀ ਮੌਤ ਉਹਨੂੰ ਮਿਲ ਗਈ ਹੈ। ਮੂੰਹ ਮੰਗਾ ਉਹਨੇ ਆਪਣੇ ਆਪ ਨੂੰ ਅਜ਼ੀਅਤ ਜ਼ਿਲਤ ਤੇ ਰਸਵਾਈ ਦਾ ਸਬਬ ਬਣਾ ਲਿੱਤਾ ਤੇ ਹੁਣ ਸਾਨੂੰ ਵੀ ਇਹ ਕਰਨੀ ਚਾਹੀਦੀ, ਸ਼ਰਮ ਕਰਨੀ ਚਾਹੀਦੀ। लेकिन अल्लाह रब्बुल इज़्ज़त ने भी कुरान फरमाया ने कि कुरान हिदायत है सिर्फ मुत्तकीन वास्ते, ਜਿਹੜੇ मुत्तकी ने जिन्होंने अल्लाह रब्बुल इज़्ज़त हिदायत ना देना चाहे उन्होंने कोई भी हिदायत नहीं दे सकता, सीधे राह ते उन्होंने नहीं लिया सकता। तो ये सारे दे सारे बेचारे मैंने तो कभी इन्हें तो तरस आंदा वाला कि ये किस खुशफहमी दे किस गलाजे दे विच किस तरह ये अपने आप नूं बेवकूफ़ बना के फिरदे ने पे कि ਅਸੀਂ ਇੱਕ ਐਸੇ ਸ਼ਖਸ ਦੇ ਪਿੱਛੇ ਲੱਗੇ ਹਾਂ ਜਿਹੜਾ ਆਪਣੇ ਕੋਲ ਕਰਾਰ ਦੇ ਵਿੱਚ ਝੂਠਾ ਬਾਜ਼ ਦੇ ਚਿੱਟੇ ਰੋਸ਼ਨ ਦਿਨ ਦੀ ਤਰ੍ਹਾਂ ਝੂਠਾ ਔਰ ਮਕਾਰ ਔਰ ਫਰਾਡੀਆ ਸਾਬਤ ਹੋ ਗਿਆ। ਇੱਕ ਗੱਲ ਦੇ ਵਿੱਚ ਜਿਸ ਤਰ੍ਹਾਂ ਉਹਨੇ ਅਮਰ ਭਾਈ ਵੀ ਕਹਿ ਰਹੇ ਸਨ ਕਿ ਕੋਈ ਇੱਕ ਵੀ ਉਹਦੀ ਜ਼ਿੰਦਗੀ ਦਾ ਪਹਿਲੂ ਚੁੱਕ ਕੇ ਦੇਖ ਲਵੋ ਉਹਦੇ ਵਿੱਚ ਤੁਹਾਨੂੰ ਦਜਲ ਫਰਾਡ ਝੂਠ ਨਜ਼ਰ ਆਏਗਾ। ਜੇ ਲੋਕਾਂ ਕੋਲ ਪੈਸੇ ਲਿੱਤੇ ਨੇ ਉਹ ਖਾ ਗਿਆ, ਲੋਕਾਂ ਦੀਆਂ ਧੀਆਂ ਭੈਣਾਂ ਤੇ ਨਜ਼ਰ ਉਹਨੇ ਰੱਖ ਲਿੱਤੀ, ਲੋਕਾਂ ਦੀ ਜਾਇਦਾਦ ਦੇ ਉੱਤੇ ਲੋਕਾਂ ਨੇ ਫਿਰ ਆਪਣੇ ਅਜ਼ੀਜ਼ ਅਕਾਰਬ ਰਿਸ਼ਤੇਦਾਰਾਂ ਦੀ ਜਾਇਦਾਦ ਦੇ ਉੱਤੇ ਨਜ਼ਰ ਉਹਨੇ ਰੱਖ ਲਿੱਤੀ, ਉਹਦੇ ਤੇ ਕਬਜ਼ਾ ਕਰ ਲਿੱਤਾ। ਤੇ ਜੇ ਅਮਾਨਤ ਵਾਸਤੇ ਉਹਨੂੰ ਪੈਸੇ ਦੇ ਕੇ ਘੱਲਿਆ ਤੇ ਉਹ ਪੈਸੇ ਲੈ ਕੇ ਉੱਡ ਗਿਆ ਖਾਨਦਾਨ ਦੇ, ਤੇ ਫਿਰ ਪੈਸਾ ਵੀ ਅਯਾਸ਼ੀ ਦੇ ਵਿੱਚ ਉਡਾ ਦਿੱਤਾ ਨਾਜਾਇਜ਼ ਰਾਹ ਦੇ ਉੱਤੇ। ਤੇ ਝੂਠ ਬੋਲਣ ਤੇ ਆਇਆ ਤੇ ਝੂਠਾਂ ਦੀਆਂ ਪੰਡਾਂ ਬਣ ਕੇ ਰੱਖ ਦਿੱਤੀਆਂ। ਬੇਹਜਾਈ ਤੇ ਆਇਆ ਤੇ ਜਿਹੜੇ ਕੰਜਰ ਤੇ ਵਲਦੁਰ ਹਰਾਮ ਨੇ ਉਹ ਵੀ ਸ਼ਰਮਾ ਜਾਣ। ਕੋਈ ਇੱਕ ਵੀ ਯੂਸਫੀ ਸਾਹਿਬ ਇੱਕ ਸਵਾਲ ਹੈ, ਚਲੋ ਪਰਦੇਸ਼ੀ ਜਿਹੜੇ ਅਹਿਮਦੀ ਨੇ ਜਾਂ ਇਹਨਾਂ ਦਾ ਬੱਚੇ ਨੇ ਉਹਨਾਂ ਨੂੰ ਤੇ ਮੁਤਮਿਨ ਕਰਦੇ ਨੇ ਕਿ ਚਲੋ ਜੀ ਜੋ ਨਹੀਂ ਮੰਨਦੇ ਮੁਨਕਰੀਨ ਨੇ ਉਹਨਾਂ ਦੇ ਇਤਰਾਜ਼ਾਤ ਨੇ। ਅਗਰ ਇਹ ਸਿਰਫ ਇਤਰਾਜ਼ਾਤ ਨੇ ਤੇ ਫਿਰ ਇਹਨਾਂ ਨੂੰ ਇਹ ਡਰੈਸ ਕਰਨ ਦੀ ਕੋਸ਼ਿਸ਼ ਕਿਉਂ ਕਰਦੇ ਨੇ ਪਾਕ ਅੰਬੀਆ ਦੇ ਨਾਲ ਮਿਲਾ ਕੇ? ਅਗਰ ਸਿਰਫ ਇਤਰਾਜ਼ਾਤ ਨੇ, ਕੁਤਬ ਦਾ ਹਿੱਸਾ ਨਹੀਂ, ਤੇ ਫਿਰ ਤੇ ਡਰੈਸ ਕਰਨ ਦੀ ਜ਼ਰੂਰਤ ਹੀ ਨਹੀਂ। ਅਗਰ ਇਹ ਡਰੈਸ ਕਰਦੇ ਨੇ ਤੇ ਇਟ ਮੀਨਸ ਕਿ ਇਹਨਾਂ ਦੇ ਨਿਸਾਬ ਦਾ ਹਿੱਸਾ ਨਹੀਂ ਉਹ ਚੀਜ਼ਾਂ। ਦੇਖੋ ਆਪਣੇ ਨਿਸਾਬ ਨੂੰ ਤੇ ਇਹਨਾਂ ਵਾਸਤੇ ਤੇ ਉਹ ਜ਼ਹਿਰ ਦਾ ਪਿਆਲਾ ਹੈ। ਮਿਰਜ਼ਾ ਗੁਲਾਮ ਕਾਦੀਆਨੀ ਦੀਆਂ ਲਿਖੀਆਂ ਹੋਈਆਂ ਤਹਿਰੀਰਾਂ ਜ਼ਹਿਰ ਦਾ ਪਿਆਲਾ ਇਹਨਾਂ ਵਾਸਤੇ। ਕੋਈ ਇੱਕ ਬੰਦਾ ਅੱਜ ਤੱਕ ਦੇਖਿਆ ਤੁਹਾਨੂੰ ਜਿਹੜਾ ਆ ਕੇ ਲਲਕਾਰ ਕੇ ਕਵੇ ਕਿ ਮੈਂ ਮਿਰਜ਼ਾ ਗੁਲਾਮ ਕਾਦੀਆਨੀ ਦੀ ਫਲਾਣੀ ਕਿਤਾਬ ਸਾਹਮਣੇ ਰੱਖਦਾ, ਮੈਂ ਲਫ਼ਜ਼ ਬ ਲਫ਼ਜ਼ ਪੜ੍ਹਨਾ ਵਾ ਤੇ ਆਓ ਮੇਰੇ ਨਾਲ ਗੱਲ ਕਰੋ ਇਹਦੇ ਤੇ ਮੈਂ ਗੁਫ਼ਤਗੂ ਕਰਨ ਵਾਸਤੇ ਤਿਆਰ ਹਾਂ? ਕਤਨ ਨਹੀਂ ਕਰਨਗੇ। ਕੋਈ ਬੰਦਾ ਗੱਲ ਕਰਨ ਵਾਸਤੇ ਤਿਆਰ ਹੀ ਨਹੀਂ। ਮਿਰਜ਼ਾ ਗੁਲਾਮ ਕਾਦੀਆਨੀ ਦੇ ਫਹਿਮ ਦੇ ਉੱਤੇ ਗੱਲ ਕਰਨ ਵਾਸਤੇ ਤਿਆਰ ਨਹੀਂ। ਕਿਉਂ? ਕਿ ਇਹਨਾਂ ਨੂੰ ਪਤਾ ਹੈ ਕਿ ਉਹਨੂੰ ਡਿਫੈਂਡ ਨਹੀਂ ਕੀਤਾ ਜਾ ਸਕਦਾ, ਸਾਡੇ ਕੋਲ ਉਹਦਾ ਨਹੀਂ ਹੈ। ਕਦੀ ਤੁਸੀਂ ਦੇਖਿਆ ਮਿਰਜ਼ੇ ਮਸਰੂਰ ਨੇ ਉੱਥੇ ਬਹਿ ਕੇ ਇਬਾਰਤਾਂ ਪੜ੍ਹ ਕੇ ਉਹਦੀ ਤਸ਼ਰੀਹ ਉਹਦਾ ਫਹਿਮ ਉਹ ਦੱਸਿਆ ਹੋਵੇ ਲੋਕਾਂ ਨੂੰ ਬਹਾ ਕੇ? ਉਹ ਬਗਲੋਲ ਜੇ ਨੂੰ ਇਹੀ ਨਹੀਂ ਪਤਾ ਕਿ ਹਮਦਾ ਅਹਿਮਦੀ ਕਿਉਂ ਹੈ। ਇਹਨਾਂ ਲੋਕਾਂ ਨੂੰ ਵੀ ਨਹੀਂ ਪਤਾ ਇਹ ਹਮ ਅਹਿਮਦੀ ਕਿਉਂ ਹੈ। ਸਿਰਫ ਚੰਦਾ ਦੇਣ ਵਾਸਤੇ ਹਮ ਅਹਿਮਦੀ हैं। ਕੋਈ ਇਬਾਰਤ ਇਹਨਾਂ ਸਾਹਮਣੇ ਰੱਖ ਦੋ ਔਰ ਉਹਦੇ ਤੇ ਤੁਸੀਂ ਪੋਜ਼ਿਟਿਵ ਗੱਲ ਕਰਨਾ ਸ਼ੁਰੂ ਕਰ ਦਿਓ, ਇਹ ਜਾਹਲ ਐਡੇ ਜਾਹਲ ਨੇ ਇਹ ਉਹਨੂੰ ਨੈਗੇਟਿਵ ਆਪੇ ਬਿਆਨ ਕਰਨਾ ਸ਼ੁਰੂ ਕਰ ਦੇਣਗੇ। ਯੂਸਫੀ ਭਾਈ ਇਹ ਲਫ਼ਜ਼ ਕਿਦੋਂ ਪੜਿਆ ਬਗਲੋਲ ਜੇ? अब बगलोल है ना, देखो ना ਉਹਨੂੰ ਲਫੰਟਰ ਜੇ ਨੂੰ ਉਹਨੂੰ ਇਹੀ ਨਹੀਂ ਪਤਾ, ਉਹਨੂੰ ਕਿ ਜੇ ਬੱਚੇ ਨੂੰ ਪੁੱਛਿਆ ਮਹਿਮਦੀ ਕਿਵੇਂ ਹੈ, ਉਹ 15 ਮਿੰਟ ਉਹਨੇ ਲਾਏ ਨੇ ਇੱਧਰ ਉੱਧਰ ਹੱਥ ਪੈਰ ਮਾਰਦੇ ਆ, ਅਖੀਰ ਉਹਨੇ ਬੱਚੇ ਨੂੰ ਸਵਾਲ ਪਾ ਦਿੱਤਾ। ਬਕਲੋਲ ਹੁੰਦਾ, ਬਕਲੋਲ ਲਫ਼ਜ਼ ਬਕਲੋਲ ਹੈ ਪੰਜਾਬੀ ਦਾ, ਬਗਲੋਲ ਨਹੀਂ। ਅੱਛਾ ਜੀ, ਠੀਕ ਹੋ ਗਿਆ। ਹੁਣ ਉਸ ਬੰਦੇ ਨੂੰ ਜਿਸ ਨੂੰ ਇਹ ਨਹੀਂ ਪਤਾ ਕਿ ਅਹਿਮਦੀ ਕਿਉਂ ਹੈ ਤੇ ਇਹ ਵਿਚਾਰੇ ਉਹਨੂੰ ਆਪਣਾ ਇਮਾਮ ਮੰਨ ਕੇ ਬੈਠੇ ਨੇ, ਇਹ ਉਹਨੂੰ ਆਪਣਾ ਨਿਜਾਤ ਦਹਿੰਦਾ ਮੰਨ ਕੇ ਬੈਠੇ ਨੇ, ਆਪਣਾ ਲੀਡਰ ਮੰਨ ਕੇ ਬੈਠੇ। ਉਸ ਚੋਰ ਚੱਕੇ ਨੇ ਇਹਨਾਂ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ, ਖਾਨਾ ਖਰਾਬ ਕਰਕੇ ਰੱਖ ਦਿੱਤਾ ਹੈ,
ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਲੇਕਿਨ ਇਹ ਵਿਚਾਰੇ ਉਹਦੇ ਪਿੱਛੇ ਪਿੱਛੇ ਲੱਗੇ ਨੇ। ਇਹ ਉਸ ਸ਼ੈਤਾਨ ਦੀ ਤਰ੍ਹਾਂ ਜਿਸ ਤਰ੍ਹਾਂ ਉਹ ਅਸੀਂ ਇੱਕ ਵਾਕਿਆ ਨਾ ਕਿਸੇ ਬਜ਼ੁਰਗ ਦੇ ख्वाब ਦੇ ਵਿੱਚ ਆ ਕੇ ਉਹਨੇ ਕਿਹਾ ਕਿ ਮੈਂ ਹੁਣੇ ਤੇਰੀ ਜਾਨ ਛੁੱਟ ਜਾਂਦੀ ਹੈ, ਤੇਰੇ ਸਾਰੇ ਅਮਾਲ ਜਿਹੜੇ ਨੇ ਉਹ ਠੀਕ ਹੋ ਜਾਣਗੇ। ਵਾਲੇकुम अस्सलाम। ਸਿਰਫ ਤੂੰ ਮੇਰੇ ਅੱਗੇ ਸਜਦਾ ਕਰ ਦੇ। ਤੇ ਉਹਨੇ ਕਿਹਾ ਲੋ ਜੇ ਮੇਰੀ ਬਖਸ਼ਿਸ਼ ਹੁੰਦੀ ਤੇਰੇ ਅੱਗੇ ਸਜਦਾ ਕਰਨ ਤੇ ਕਰ ਦੇਣਾ। ਸਜਦਾ ਕਰਕੇ ਉਹਨੇ ਕਿਹਾ ਲੈ ਪਹਿਲੇ ਤੇ ਦੁਨੀਆ ਗਈ ਸੀ ਨਾ, ਅੱਜ ਤੇਰੀ ਆਖਰਤ ਵੀ ਗਈ ਹੈ। ਤੇ ਇਹ ਉਹੀ ਸ਼ੈਤਾਨ ਦਾ ਚੇਲਾ ਮਿਰਜ਼ਾ ਗੁਲਾਮ ਕਾਦੀਆਨੀ। ਮਿਰਜ਼ਾ ਗੁਲਾਮ ਕਾਦੀਆਨੀ ਉਸੇ ਸ਼ੈਤਾਨ ਦਾ ਚੇਲਾ ਹੈ ਜਿਹੜਾ ਅੱਲਾ ਰਬੁਲ ਇੱਜ਼ਤ ਦੀ ਬਾਰਗਾਹ ਦੇ ਵਿੱਚ ਵੇਰ ਕੇ ਖੜਾ ਹੋ ਕੇ ਅੱਜ ਤੱਕ ਅੱਲਾ ਰਬੁਲ ਇੱਜ਼ਤ ਦੀ ਮਖਲੂਕ ਨੂੰ ਹਰ ਰਾਤ ਤੋਂ ਸਿਰਾਤ ਮੁਸਤਕੀਮ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ ਪਿਆ ਹੈ। ਉਸੇ ਸ਼ੈਤਾਨ ਦਾ ਚੇਲਾ ਹੈ। ਜਿਸ ਅੰਦਾਜ਼ ਦੇ ਵਿੱਚ ਇਹ ਉਹਦੀ ਮੁਰੀਦੀ ਔਰ ਉਹਦੀ ਪੈਰਵੀ ਕਰਦਾ ਪਿਆ ਹੈ, ਮੇਰਾ ਨਹੀਂ ਖਿਆਲ ਕਿ ਦੁਨੀਆ ਕਾਇਨਾਤ ਦੇ ਉੱਤੇ ਕਿਸੇ ਵੀ ਮਖਲੂਕ ਨੇ ਇਸ ਤਰ੍ਹਾਂ ਦੀ ਸ਼ੈਤਾਨ ਦੀ ਪੈਰਵੀ ਕੀਤੀ ਹੋਵੇ ਜਿਸ ਤਰ੍ਹਾਂ ਗੁਲਾਮ ਕਾਦੀਆਨੀ ਕਰਦਾ ਪਿਆ। ਅੱਗੋਂ ਦੀ ਇਹਦੇ ਚੇਲੇ ਨੇ। इतना झूठा दज्जाल मकार अपने लफ्ज़ों ਦੇ ਵਿੱਚ ਹੀ ਇੱਕ ਤਰਫ ਕੁਝ ਕਹਿ ਕੇ ਦੂਸਰੀ ਤਰਫ ਕੁਝ ਕਹਿ ਕੇ ਲੋਕਾਂ ਨੂੰ ਬੇਵਕੂਫ ਬਣਾਈ ਜਾ ਰਿਹਾ ਔਰ ਇਹ ਬਣੀ ਜਾ ਰਹੇ ਨੇ ਵਿਚਾਰੇ। ਹੁਣ ਥੱਲੇ ਲਿਖੀ ਜਾ ਰਿਹਾ, ਟੈਕਸਟਿੰਗ ਕਰੀ ਜਾ ਰਿਹਾ, ਮਜ਼ਦੂਰੀ ਕਰੀ ਜਾ ਰਿਹਾ, ਲੇਕਿਨ ਇੰਨੀ ਹਿੰਮਤ ਨਹੀਂ ਹੈ ਕਿ ਮਿਰਜ਼ਾ ਗੁਲਾਮ ਕਾਦੀਆਨੀ ਦੀ ਤਹਿਰੀਰਾਂ ਦੇ ਤੇ ਆ ਕੇ ਗੱਲ ਕਰੋ, ਉਹਨੂੰ ਡਿਫੈਂਡ ਕਰੋ, ਉਹਦੀ ਤਬਲੀਗ ਲੋਕਾਂ ਨੂੰ ਦੱਸੋ। ਉਹ ਇੱਕ ਵੀਡੀਓ ਪਤਾ ਨਹੀਂ ਕਿੰਨੇ ਮੈਨੂੰ ਘੱਲੀ ਸੀ ਆਪਣੇ ਭਰਾਵਾਂ ਚੋਂ ਕਿਸੇ ਨੇ, ਤੇ ਉਹ ਉੱਥੇ ਵੱਡੀ ਜਿਹੀ ਤਸਵੀਰ ਲੈ ਕੇ ਖੜਾ ਹੈ ਕਿਸੇ ਆਈ ਥਿੰਕ ਟ੍ਰੇਨ ਸਟੇਸ਼ਨ ਦੇ ਉੱਤੇ ਜਾਂ ਕਿਸੇ ਬੱਸ ਸਟਾਪ ਤੇ ਉਹ ਖੜਾ ਹੈ ਗਾਲਬਨ, ਤੇ ਉਹ ਲੈ ਕੇ ਖੜਾ ਤੇ ਉੱਥੇ ਗੋਰੇ ਨੇ ਉਹਦਾ ਉਹ ਤਮਸਖਰ ਉਡਾਇਆ। ਉਹਨੇ ਕਿਹਾ ਕੌਣ ਹੈ? ਉਹ ਲੋਕਾਂ ਨੂੰ ਖਿਲਾਰ ਕਰਕੇ ਪੁੱਛਦਾ ਪਿਆ ਕਿ ਇਹ ਤੁਹਾਨੂੰ ਪਤਾ ਹੈ ਕੌਣ ਹੈ? ਉਹਨੇ ਕਿਹਾ ਕਿ ਨਹੀਂ ਸਾਨੂੰ ਤਾਂ ਨਹੀਂ ਪਤਾ ਕੌਣ ਹੈ। ਉਹਨੂੰ ਕਹੇ ਸਤਿ ਸ੍ਰੀ ਅਕਾਲ, ਉਹਨੂੰ ਸਿੱਖ ਸਮਝਦਾ ਰਿਹਾ। ਉਹਨੂੰ ਕਹਿੰਦਾ ਸਤਿ ਸ੍ਰੀ ਅਕਾਲ ਹੈ, ਕੌਣ ਹੈ? ਮਹਾਰਾਜਾ। ਉਹ ਵੀ ਅੱਗੋਂ ਬਗਲੋਲ ਜਿਹੜਾ ਉਹ ਕਹੇ ਕਿ ਜੀ ਹਾਂਜੀ ਮਹਾਰਾਜਾ ਹੀ ਹੈ। ਜਿਹੋ ਜਿਹਾ ਬਗਲੋਲ ਇਹਨਾਂ ਦਾ ਖਲੀਫਾ ਹੈ ਉਹ ਜਿਹੇ ਬਗਲੋਲ ਇਹਨਾਂ ਦੇ ਮੁਰੀਦ ਨੇ। अस्सलाम वालेकुम वरहमतुल्लाह। ਵਾਲੇकुम अस्सलाम। ਉਹ ਤੇ ਜਦੋਂ ਗੋਰੇ ਨੇ ਉਹਨੂੰ ਆਖਿਆ ਨਾ ਇੱਧਰ ਆਏ ਨਾ, ਤੇ ਉਹ ਯਕੀਨ ਕਰੋ ਬਾਬਾ ਥੱਥਾ ਹੀ ਹੋ ਗਿਆ, ਮੂੰਹ ਚ ਗੱਲ ਹੀ ਨਹੀਂ ਨਿਕਲੀ ਕੋਈ। ਜਿਵੇਂ ਟੁੱਥ ਸਿਕਰ ਥੱਲੇ ਬੈਠਾ ਥੱਥਾ ਹੋਇਆ ਪਿਆ ਨਾ, ਬਗੈਰਤ ਹੋਇਆ ਪਿਆ ਹੈ, ਜਵਾਬ ਦੇਣ ਦੀ ਬਜਾਏ ਥੱਲੇ ਟੈਕਸੀ ਕਰੀ ਜਾ ਰਿਹਾ। ਐਨਜੀਓ ਬਾਬਾ ਵੀ ਥੱਥਾ ਹੋ ਗਿਆ ਸੀ। ਉਹ ਬਾਬਾ ਘਰੋਂ ਤਸਵੀਰ ਬਣਾ ਕੇ ਲਿਆਇਆ, ਸੋਹਣੇ ਫੁੱਲ ਉਹਦੇ ਤੇ ਚੜਾ ਕੇ ਨਾ, ਜਿਵੇਂ ਹਿੰਦੂ ਮਜ਼ਹਬ ਦੇ ਵਿੱਚ ਕੋਈ ਫੌਤ ਹੋ ਜਾਏ ਤੇ ਤੁਸੀਂ ਦੇਖਿਆ ਨਾ ਰਸਮੀ ਤੌਰ ਤੇ ਉਹਦੇ ਗਲੇ ਤੇ ਹਾਰ ਪਹਿਨਾ ਦਿੰਦੇ, ਜਿਵੇਂ ਪਠਾਣਾ ਸਾਈਕਲ ਤਿਆਰ ਕੀਤੀ ਹੈ। ਨਹੀਂ ਪਠਾਣਾ ਦੀ ਸਾਈਕਲ ਤੇ ਫਿਰ ਵੀ ਠੀਕ ਹੁੰਦੀ ਹੈ। ਹਿੰਦੂ ਜਿਵੇਂ ਆਪਣੇ ਮੁਰਦਾ ਦੇ ਉੱਤੇ ਹਾਰ ਪਹਿਨਾ ਦਿੰਦੇ ਨੇ ਕਿ ਉਹਦੀ ਨਿਸ਼ਾਨੀ ਵਾਸਤੇ ਕਿ ਮਰ ਗਿਆ, ਤੇ ਉਹ ਉਸ ਤਰ੍ਹਾਂ ਫੁੱਲ ਉਹਨੂੰ ਪਹਿਨਾ ਕੇ ਤੇ ਉੱਥੇ ਖੜਾ ਹੈ। ਤੇ ਉਹ ਜੇ ਕਿਸੇ ਨੇ ਉਹਨੂੰ ਆ ਕੇ ਪੁੱਛ ਹੀ ਲਿਆ ਕਿ ਇਹ ਕੌਣ ਹੈ, ਤੇ ਉਹ ਅੱਗੋਂ ਉਹਦੀ ਜ਼ਬਾਨ ਨੂੰ ਤਾਲਾ ਲੱਗ ਗਿਆ, ਉਹਦੇ ਕੋਲ ਲਫ਼ਜ਼ ਹੀ ਕੋਈ ਨਹੀਂ, ਮੈਂ ਕੀ ਦੱਸਾਂ ਇਹਨੂੰ ਕੌਣ ਹੈ। ਮਸਾਇਆ ਹੈਜ਼ ਕਮ, ਅੱਗੇ ਜਾ ਕੇ ਗੂਗਲ ਤੇ ਸਰਚ ਕਰ ਲੈ, ਮਸਾਇਆ ਆ ਗਿਆ, ਤਸਵੀਰ ਉਹ ਆਪ ਲੈ ਕੇ ਖੜਾ ਹੈ। ਇਸ ਤਰ੍ਹਾਂ ਦਾ ਮਜ਼ਹਬ ਹੈ। ਨਹੀਂ ਉਹਨੇ ਗੂਗਲ ਤੇ ਸਰਚ ਕੀਤਾ, ਜੇ ਗੂਗਲ ਨੇ ਕੋਈ ਮੁਸਲਮਾਨਾਂ ਵਾਲਾ ਜਵਾਬ ਦੇ ਦਿੱਤਾ ਤੇ ਫੇਰ ਉਹ ਅੱਗੋਂ ਕਵੇ ਕਿ ਇਹਨੂੰ ਕੋਈ ਨਹੀਂ ਜਾਣਦਾ, ਦੇ ਮੈਨੂੰ, ਇੱਥੇ ਸਾਰੇ ਲੋਕ ਜਾਣਦੇ ਨੇ, ਇਹਨੂੰ ਕੌਣ ਜਾਣਦਾ ਜਿਹਦੀ ਤਸਵੀਰ ਲੈ ਕੇ ਖੜਾ ਹੈ। ਆਹਨੇ ਗੂਗਲ ਨੇ ਮੁਸਲਮਾਨਾਂ ਦਾ ਰਿਜ਼ਲਟ ਅੱਗੇ ਪਾਤਾ ਗਿਆ, ਲਾਣਤ ਪਾਏ ਦੇ ਤੇ ਫੇਰ ਗਾਂ ਜਾਈ। ਯਾਰ ਐਸੇ ਇਹ ਉਹ ਲੋਕ ਨੇ ਆਪਣੇ ਆਪ ਨੂੰ ਨਾ ਕਬੂਤਰ ਦੀ ਤਰ੍ਹਾਂ, ਜਿਸ ਤਰ੍ਹਾਂ ਕਬੂਤਰ ਦੇ ਬਾਰੇ 'ਚ ਨਾ ਕਿ ਉਹ ਬਿੱਲੀ ਨੂੰ ਅਗਰ ਦੇਖ ਲੇ ਨਾ ਤਾਂ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਔਰ ਸਮਝਦਾ ਕਿ ਸ਼ਾਇਦ ਬਿੱਲੀ ਮੈਨੂੰ ਨਹੀਂ ਦੇਖ ਰਹੀ, ਤੇ ਉਹਨੂੰ ਪਤਾ ਉਹਦੇ ਲੱਗਦਾ ਜਦੋਂ ਲੁਕਮਾ ਬਣ ਜਾਂਦਾ। ਇਹ ਆਪਣੇ ਆਪ ਨੂੰ ਉਸ ਕਬੂਤਰ ਦੀ ਤਰ੍ਹਾਂ ਅੱਖਾਂ ਬੰਦ ਕਰਕੇ ਬੈਠੇ ਨੇ, ਆਪਣੇ ਆਪ ਨੂੰ ਇਹ ਸਮਝਾ ਰਹੇ ਨੇ ਕਿ ਅਸੀਂ ਮਿਰਜ਼ਾ ਗੁਲਾਮ ਕਾਦੀਆਨੀ ਦੇ ਪਿੱਛੇ ਲੱਗ ਕੇ ਤੇ ਬੜੀ ਕਾਮਯਾਬੀ ਦੇ ਰਸਤੇ ਤੇ ਚੱਲਦੇ ਪਏ ਹਾਂ। ਜੇ ਇਹਨਾਂ ਨੂੰ ਕੋਈ ਬੰਦਾ ਪੁੱਛੇ ਯਾਰ ਆਓ ਆਪਣੇ ਮਜ਼ਹਬ ਦੇ ਬਾਰੇ 'ਚ ਦੱਸੋ, ਦੱਸ ਨਹੀਂ ਸਕਦੇ। ਕਦੀ ਦੱਸਿਆ ਕਦੀ ਇਹਨਾਂ ਨੇ ਜਾ ਕੇ ਕਿ ਮੈਂ ਅਹਿਮਦੀ ਮਿਰਜ਼ਾਈ ਕਾਦੀਆਨੀ, ਮਿਰਜ਼ਾ ਗੁਲਾਮ ਕਾਦੀਆਨੀ ਨੂੰ ਜ਼ਿੱਲੀ ਬਰੂਜ਼ੀ ਤੌਰ ਤੇ ਨਬੀ ਮੰਨਣਾ ਵਾ ਤੇ ਮੈਂ ਉਹ ਵਾਲੀ ਕੈਟਾਗਰੀ ਦੇ ਵਿੱਚ ਆਣਾ, ਉੱਥੇ ਫਾਲ ਕਰਨਾ। ਇਹ ਬੜਾ ਕਹਿੰਦੇ ਨੇ ਜੀ ਅਸੀਂ ਤਾਂ ਮੁਸਲਮਾਨਾਂ ਦੇ ਨਾਲ ਰਹਿੰਦੇ ਹਾਂ, ਸਾਨੂੰ ਕਦੀ ਕਿਸੇ ਨੂੰ ਕੁਝ ਨਹੀਂ ਕਿਹਾ। ਉਹਨੂੰ ਜਾ ਕੇ ਦੱਸੋ, ਜਾ ਕੇ ਉਹਨਾਂ ਨੂੰ ਦੱਸੋ। ਇਹ ਕ੍ਰਿਸਚਨ ਜਿਨ੍ਹਾਂ ਦੇ ਨਾਲ, ਜਿਨ੍ਹਾਂ ਦੇ ਮੁਲਕਾਂ ਦੇ ਵਿੱਚ, ਜਿਨ੍ਹਾਂ ਦੇ ਛੱਤਰ ਛਾਏ ਦੇ ਥੱਲੇ ਤੁਸੀਂ ਰਹਿੰਦੇ, ਉਹਨਾਂ ਨੂੰ ਜਾ ਕੇ ਦੱਸੋ ਸਾਡਾ ਅਕੀਦਾ ਕੀ ਹੈ। ਸਾਡਾ ਈਸਾ ਨਬੀ ਅਲੈਹਿ ਸਲਾਤੁ ਵਸਲਾਮ ਦੇ ਵਾਲੇ ਨਾ ਸਾਡਾ ਅਕੀਦਾ ਕੀ ਹੈ, ਜਿਹਨੂੰ ਉਹ ਯਸੂ ਮੰਨਦੇ ਨੇ, ਦੇ ਨਾਮ ਤੋਂ ਮੰਨਦੇ ਨੇ, ਉਹ ਦੱਸੋ ਕਿ ਸਾਡਾ ਇਸ ਨਾਮ ਦੇ ਨਾਲ ਸਾਡਾ ਅਕੀਦਾ ਕੀ ਹੈ, ਅਸੀਂ ਕੀ ਸਮਝਦੇ ਹਾਂ।
ਯੂਸਫੀ ਭਾਈ ਜਿਵੇਂ ਉਹ ਬਾਬਾ ਉੱਥੇ ਲੈ ਕੇ ਖਲੋਤਾ ਸੀ, ਯਾਨੀ ਕਿ ਤੇ ਫਿਰ ਮਿਰਜ਼ੇ ਨੂੰ ਆਪਣੇ ਹੱਥੀ ਲਾਨਤਾਂ ਪਵਾਉਂਦੇ ਨੇ, ਤਾਂ ਕਿੰਨੇ ਮੁਸਲਮਾਨ ਨੰਗੇ ਹੋਣੇ ਨੇ ਤੇ ਕਿੰਨੇ ਨੇ ਤਸਵੀਰ ਵੇਖ ਕੇ ਲਾਹਨਤ ਪਾਈ ਹੋਣੀ। ਬਈ ਉੱਥੇ ਤਸਵੀਰ ਤੁਸੀਂ ਲੈ ਕੇ ਖੜੇ ਹੋ, ਉੱਥੇ ਤੁਸੀਂ ਕੋਈ ਪੰਫਲੇਟ ਲੈ ਕੇ ਛਾਪੋ, ਉੱਥੇ ਇੱਕ ਜਰਨਲ ਬਰੋਸ਼ਰ ਲੈ ਕੇ ਉਹਨਾਂ ਨੂੰ ਲੋਕਾਂ ਨੂੰ ਦਵੋ, ਉਹਨਾਂ ਨੂੰ ਦਵੋ, ਉਹਦੇ ਤੇ ਲਿਖਿਆ ਹੋਵੇ ਕਿ ਮਿਰਜ਼ਾ ਸਾਹਿਬ ਦੀ ਜਿਹੜੀ ਉਹ ਤਹਿਰੀਰ ਹੈ ਨਾ ਕਿ ਹਜ਼ਰਤ ਈਸਾ ਅਲਾ ਨਬੀਨਾ ਅਲੈਹਿਸਸਲਾਤੁ ਵਸਸਲਾਮ ਦੀ ਸ਼ਰਾਬ ਨੋਸ਼ੀ ਦੀ ਵਜ੍ਹਾ ਤੋਂ ਇਹ ਜਿਹੜਾ ਮੁਆਸ਼ਰਾ ਨਾ ਇਹ ਬੇਰਾ ਰਵੀ ਦਾ ਸ਼ਿਕਾਰ ਹੋ ਗਿਆ, ਕਿਉਂਕਿ ਜਾਂ ਤੇ ਕੋਈ ਪੁਰਾਣੀ ਆਦਤ ਸੀ ਜਾਂ ਕਿਸੇ ਬਿਮਾਰੀ ਦੀ ਵਜ੍ਹਾ ਤੋਂ ਸ਼ਰਾਬ ਨਾਉਜ਼ ਬਿਲਾ ਨਕਲੇ ਕੁਫਰ ਨਬਾਸ਼ਤ, ਇਹ ਸਾਰੀ ਤਹਿਰੀਰ ਲੈ ਕੇ ਉਹਨਾਂ ਨੂੰ ਦਵੋ ਕਿ ਤੁਸੀਂ ਵਿਗੜੇ ਹੋ, ਉਹਨਾਂ ਦੀ ਵਜ੍ਹਾ ਤੋਂ ਜਿਨ੍ਹਾਂ ਨੂੰ ਤੁਸੀਂ ਆਪਣਾ ਖੁਦਾ ਮੰਨਦੇ ਹੋ ਉਹਨਾਂ ਦੀ ਵਜ੍ਹਾ ਤੋਂ ਤੁਹਾਡੀ ਇਹ ਹਾਲਤ ਹੋ ਗਈ। ਉਹਨਾਂ ਨੂੰ ਲਿਖ ਕੇ ਇਹ ਤਹਿਰੀਰਾਂ ਕਿਉਂ ਨਹੀਂ ਦਿੰਦੇ? ਤੁਹਾਡੇ ਮਿਰਜ਼ੇ ਨੇ ਲਿਖੀਆਂ ਨਾ, ਉਹਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਸ਼ਨ ਉਹਦੀ ਕਰਕੇ ਜਾਂ ਜਿਸ ਵੀ ਕੰਟਰੀ ਦੇ ਯੂਰਪੀਅਨ ਕੰਟਰੀ ਦੇ ਵਿੱਚ ਤੁਸੀਂ ਉਹਨੂੰ ਟਰਾਂਸਲੇਟ ਕਰਕੇ ਉਸ ਜ਼ੁਬਾਨ ਦੇ ਵਿੱਚ ਉਹਨਾਂ ਨੂੰ ਦਵੋ ਕਿ ਤੁਸੀਂ ਤੁਹਾਡਾ ਵਿਗਾੜ ਔਰ ਤੁਹਾਡੀ ਜਿਹੜੀ ਹੈ ਮੁਲਕ ਦੇ ਵਿੱਚ ਜਿਹੜੀ ਫਾਸ਼ੀ ਹੈ ਜਾਂ ਤੁਹਾਡੇ ਵਿੱਚ ਜਿਹੜੀਆਂ ਬੁਰਾਈਆਂ ਨੇ ਨਾ ਉਹ ਉਸ ਵਜ੍ਹਾ ਤੋਂ ਜਿਹਨੂੰ ਤੁਸੀਂ ਆਪਣਾ ਨਿਜਾਤ ਦੇਂਦਾ ਮੰਨਦੇ ਹੋ। ਇਹ ਦੇਖੋ, ਇਹ ਉਹਨਾਂ ਨੂੰ ਦਵੋ ਲਿਖ ਕੇ, ਕਿਉਂ ਨਹੀਂ ਦਿੰਦੇ? ਯਾਰ ਪੂਰੀ ਡਿਟੇਲ ਲਿਖੋ ਨਾ ਥੱਲੇ, ਜਾਂ ਲਿਖੋ ਕਿ ਜਿਹੜੇ ਤੁਸੀਂ ਈਸਾ ਦਾ ਇੰਤਜ਼ਾਰ ਕਰਦੇ ਫਿਰਦੇ ਹੋ ਉਹਨੇ ਨਹੀਂ ਆਣਾ ਹੈਗਾ, ਉਹ ਤੇ ਫੌਤ ਹੋ ਗਏ ਨੇ, ਤੇ ਜਿਹੜਾ ਆਣਾ ਸੀ ਉਹ ਆ ਗਿਆ, ਉਹ ਆ ਗਿਆ। ਮੇਰੇ ਭਾਈ ਦੇ ਤਸਵੀਰ ਸੈਂਡ ਕਰੋ, ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਹੋ ਨਹੀਂ ਰਹੀ। ਆਮਿਰ ਭਾਈ ਦਾ ਐਕਸਪੈਂਡ ਕਰੋ ਆਈਡੀ। ਬਸ ਦੋ ਵਰਡ ਲਿਖ ਕੇ ਤੇ ਜਾਨ ਛਡਾ ਲੈਂਦੇ ਨੇ ਕਿ ਮਸਾਇਆ ਹੈ ਇਸ ਕੰਮ, ਬਸ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਿਸ ਚੱਕਰ ਕਿਸ। ਤੁਸੀਂ ਬਾਈ ਕੀ ਕਰਨਾ ਜੇ? ਛੋਟੀ ਕਰਨੀ ਜੇ ਵੱਡੀ ਕਰਨੀ ਜੇ? ਵੱਡੀ ਕਰੋ ਨਾ ਆਮਿਰ ਭਾਈ ਦੀ ਤਸਵੀਰ ਤੇ ਕਰੋ ਨਾ, ਲੱਗੇ ਤੇ ਵੱਡੀ ਸੀ, ਮੈਂ ਛੋਟੀ ਕੀਤੀ ਹੈ। ਤੇ ਵੱਡੀ ਤੇ ਅੱਗੇ ਹੀ ਸੀ ਉਹ, ਮੈਨੂੰ ਤਾਂ ਛੋਟੀ ਨਜ਼ਰ ਆ ਰਹੀ ਸੀ। ਚਲੋ ਉਹ ਕਰੋ, ਪਤਾ ਨਹੀਂ ਮੈਨੂੰ ਤਾਂ ਛੋਟੀ ਨਜ਼ਰ ਆ ਰਹੀ ਹੈ। ਬਹਰਹਾਲ ਮੇਨ ਸਕਰੀਨ ਤੇ ਰੱਖੋ ਨਾ ਆਮਿਰ ਭਾਈ। Adesso facciamo andare il frigo già dal pomeriggio, quindi al mattino noi già alle 7 la temperatura è a posto. Se mi serve di venire prima è già a posto. Oggi un po' di più? Sembra un po' di più oggi? Ho visto quell'altro salvato 150. Latte di sì? ਅੱਛਾ। ਤੇ ਅਲੀ ਕੱਲ ਰਾਤੀ ਮੈਂ ਜੋ ਤਾਰਕ ਚੌਹਾਨ ਦੇ ਬਾਰੇ ਗੱਲ ਕੀਤੀ ਤੇ ਫਟਾਫਟ ਮੈਨੂੰ ਨੋਟ ਕਰ ਦਿੱਤਾ ਸੀ ਬਰਾੜ ਤੋਂ। Adesso ti facciamo andare tutti e due insieme già dal pomeriggio, quindi sto freddo e... ਮੇਰੇ ਖਿਆਲ ਨਾਲ ਨਾਮ ਕਿਸੇ ਹੋਰ ਨਾਲ ਲੱਗੇ ਨੇ। ਤਾਰਕ ਚੌਹਾਨ ਦੇ ਬਾਰੇ ਮੈਂ ਰਾਤੀ ਜਦੋਂ ਗੱਲ ਕੀਤੀ ਤੇ ਉਹਨੇ ਫਟਾਫਟ ਤੋਂ ਮੈਨੂੰ ਮਿਊਟ ਕਰ ਦਿੱਤਾ ਸੀ। ਮੈਂ ਅਸਲ 'ਚ ਮਕਸਦ ਗੱਲ ਇਹ ਸੀ ਕਿ ਹੀਰ ਭਾਈ ਦੀ ਬਰਾੜ ਤੇ ਗਿਆ ਸੀ ਤਾਰਕ ਚੌਹਾਨ ਤੇ ਹਜ਼ਰਤ ਈਸਾ ਦੇ। ਨਹੀਂ ਭਾਈ ਨਾ, ਮੈਂ ਤੇ ਕੀਤਾ ਕੁਝ, ਜਿਹਨੇ ਵੀ ਕੀਤਾ ਠੀਕ ਕੀਤਾ, ਕਿਸੇ ਹੋਰ ਦੀ ਬਰਾੜ ਤੇ ਹੋ ਜਾਣੇ ਤੇ ਉਹਦਾ ਕੰਮ ਜਾਣੇ, ਅਗਰ ਜਿਹਨੇ ਨਹੀਂ ਕੀਤਾ ਠੀਕ ਕੀਤਾ। ਨਹੀਂ ਮਕਸਦ ਉਹ ਨਹੀਂ, ਮਕਸਦ ਇਹ ਵੇ ਕਿ ਹਜ਼ਰਤ ਈਸਾ ਦੇ ਬਾਰੇ ਉਹਨੇ ਬਕਵਾਸ ਕੀਤੀ। ਅਗਰ ਕੋਈ ਵੀ ਕਦੇ ਤਾਂ ਸਮਝੋ ਮੈਂ ਹੀ ਕੀਤਾ, ਠੀਕ ਕੀਤਾ ਹੋਣਾ, ਕਿਉਂਕਿ ਕਿਸੇ ਹੋਰ ਦੀ ਬਰਾੜ ਕੀ ਹੋ ਗਿਆ ਕਿਉਂ ਲਗੇ ਲੜਨਾ? ਮਕਸਦ ਇਹ ਵੇ ਕਿਸੇ ਦੀ ਬਰਾੜ ਦਾ ਜ਼ਾਤੀ ਮਸਲਾ ਨਹੀਂ ਸੀ, ਮਕਸਦ ਇਹ ਸੀ ਕਿ ਹਜ਼ਰਤ ਈਸਾ ਦੇ ਬਾਰੇ ਉਹਨੇ ਕੀਤੀ ਸੀ ਗੱਲ। ਮੈਨੂੰ ਲਾਹ ਖੜਿਆ ਕਿਸੇ ਨੇ ਨਾ, ਤੇ ਮੈਂ ਕਿਹਾ ਜਿੰਨੇ ਵੀ ਕੀਤਾ ਉਹਨੇ ਠੀਕ ਕੀਤਾ ਹੋਣਾ ਕਿ ਬਹਿਸ ਨਾ ਹੋਏ। ਨਹੀਂ ਜੇ ਤੇ ਜ਼ਾਤੀਆ ਦਾ ਮਾਮਲਾ ਨਹੀਂ ਮੈਂ ਕਹਿ ਰਿਹਾ, ਮਕਸਦ ਇਹ ਹੈ ਕਿ ਹਜ਼ਰਤ ਈਸਾ ਦੇ ਬਾਰੇ ਉਹਨੇ ਗੁਸਤਾਖੀ ਕੀਤੀ ਸੀ। ਮੈਂ ਤੇ ਇਸ ਕਰਕੇ ਉਹਨੂੰ ਕਿਹਾ ਸੀ ਰਾਤੀ ਯਾਦ ਹੋਵੇ ਨਾ ਕਿਸੇ ਦੀ ਜ਼ਾਤੀ ਬਰਾੜ ਦਾ ਮਾਮਲਾ ਹੋਏ ਤੇ ਮੈਂ ਵੀ ਨਹੀਂ ਗੱਲ ਕਰਦਾ ਚੰਗਾ ਲੱਗਦਾ। ਕਿਹਦੀ ਬਰਾੜ ਦੇ ਕੀਤੀ ਸੀ? ਕਿਹਦੀ ਬਰਾੜ ਦੇ? ਅਹੀਰ ਦੀ ਬਰਾੜ ਦੇ। ਤੇ ਅਹੀਰ ਜਾਣੇ ਤੋਂ ਦਾ ਕੰਮ ਜਾਣੇ ਨਾ, ਜਿਸਾ ਮੈਂ ਇੱਥੇ ਕਰੇ ਦਾ ਸਾਡੇ ਕੋਲ ਹੈ। ਇਹ ਕੀ ਗੱਲ ਹੋਈ? ਕਰ ਲਾ ਉਹਦੇ, ਇਹ ਕੀ ਗੱਲ ਹੋਈ? ਇੱਥੇ ਜਿਸਾ ਗੱਲ ਤੇ ਮੇਰੀ ਗੱਲ ਸੁਣੋ, ਮੈਂ ਤਹੀਨ ਤੇ ਅੰਬੀਆ ਕਰਾਮ ਦੀ ਕੀਤੀ ਨਾ, ਸਾਡਾ ਕੰਮ ਸਾਡੀ ਗੱਲ ਇਹ ਕਿ ਅੰਬੀਆ ਕਰਾਮ ਨਾਲ ਗੱਲ ਹੈ ਨਾ ਸਾਡੀ। ਅਗਰ ਅਹੀਰ ਪਤਾ ਉੱਥੇ ਕੀ ਗੱਲ ਹੋਈ ਹੈ, ਇੱਥੇ ਗਲਾਮ ਦੇ ਚੌਹਾਨ ਸਾਹਿਬ ਤੋਂ ਪੁੱਛਾਂਗੇ ਨਾ, ਚੌਹਾਨ ਸਾਹਿਬ ਤੋਂ ਤੇ ਇਹ ਗੱਲ ਕੀਤੀ ਹੈ ਤੇ ਫਿਰ ਜ਼ਾਹਿਰ ਚੌਹਾਨ ਸਾਹਿਬ ਨਹੀਂ ਹੈ, ਸਾਨੂੰ ਕੀ ਪਤਾ ਉੱਥੇ ਕੀ ਗੱਲ ਹੋਈ ਹੈ। ਅਸੀਂ ਐਵੇਂ ਬਹਿਸ ਕਰਦੇ ਫਿਰੀਏ ਕਿਸੇ ਦੀ ਬਰਾੜ ਦੀ ਗੱਲ। ਯਾਰ ਅਜੀਬ ਗੱਲ ਨਹੀਂ ਯਾਰ, ਤੇ ਅਹੀਰ ਨੂੰ ਮੇਰੀ ਗੱਲ ਸੁਣ। ਅਗਰ ਅਲੀ ਤੂੰ ਇੱਕ ਮਿੰਟ ਚੁੱਪ ਕਰ, ਅਲੀ ਤੂੰ ਚੁੱਪ ਕਰਕੇ ਕੰਮ ਕਰ, ਮੈਨੂੰ ਸਮਝ ਆਵਣ ਤੇ ਕੀ ਗੱਲ ਹੋਈ ਦੱਸੋ ਮੈਨੂੰ। ਅਮਰ ਭਾਈ ਗੱਲ ਕੋਈ ਵੀ ਨਹੀਂ। ਅਗਰ ਤੇ ਅਹੀਰ ਨੂੰ ਗਾਲਾਂ ਕੱਢੀਆਂ ਹੁੰਦੀਆਂ, ਮੈਨੂੰ ਕੱਢੀਆਂ ਹੁੰਦੀਆਂ ਚੌਹਾਨ ਨੇ। ਤਾਰਕ ਚੌਹਾਨ ਨੇ ਕਿਹਨੂੰ ਗਾਲ ਕੱਢੀ ਹੈ?
ਤਾਰਕ ਚੌਹਾਨ ਨੇ ਅਲਫਾਜ਼ ਇਸਤੇਮਾਲ ਕੀਤੇ ਸਨ ਹਜ਼ਰਤ ਈਸਾ ਦੇ ਬਾਰੇ, ਉਹ ਮੈਂ ਬਿਆਨ ਨਹੀਂ ਕਰ ਸਕਦਾ ਉਹਦੇ ਅਲਫਾਜ਼। ਤੇ ਉਹ ਰੋਜ਼ ਹੀ ਕਰਦੇ ਨੇ, ਇਹਨਾਂ ਮਰਜ਼ਾਈਆਂ ਦਾ ਰੋਜ਼ ਹੀ ਕੰਮ ਹੈ, ਯਿਸੂ ਮਸੀਹ ਦਾ ਨਾਮ ਲੈ ਕੇ ਗਾਲਾਂ ਕੱਢਦੇ ਨੇ, ਉੱਥੇ ਕੀ ਕਰੀਏ। ਤੇ ਉਹ ਮੈਂ ਗੱਲ ਕੀਤੀ ਸੀ ਗੱਲ, ਤੇ ਮੈਂ ਕਿਹਾ ਯਾਰ ਤੂੰ, ਮੈਂ ਸਿਰਫ ਇੰਨੀ ਗੱਲ ਤਾਰਕ ਚੌਹਾਨ ਨਾਲ ਮੈਂ ਮੁਖਾਤਬ ਸਾਹਿਬ ਨੂੰ ਮੈਂ ਕਮੈਂਟ ਵਿੱਚ ਕਹਿ ਰਿਹਾ ਸਾਂ, ਤੇ ਮੈਂ ਕਿਹਾ ਮੈਨੂੰ ਫਟਾਫਟ ਤੋਂ ਮਿਊਟ ਕਰ ਦਿੱਤਾ। ਸਿਰਫ ਇੰਨੀ ਦੀ ਮੈਂ ਗੱਲ ਕੀਤੀ ਤੇ ਉਹ ਅਲੀ ਕਹਿੰਦਾ ਠੀਕ ਕੀਤਾ ਜੋ ਵੀ ਕੀਤਾ। ਮੈਂ ਚਲੋ ਯਾਰ, ਜਾਂ ਤੇ ਕਿਸੇ ਦੀ ਜ਼ਾਤੀ ਹੋਵੇ ਨਾ, ਕਿਸੇ ਦੀ ਜ਼ਾਤੀ ਗੱਲ ਹੋਵੇ ਤੇ ਫਿਰ ਤੇ ਚਲੋ ਤੂੰ ਕਰੇਗਾ। ਜ਼ਾਹਿਰ ਨਾ ਅਮਰ ਭਾਈ, ਅਗਰ ਕੋਈ ਮਕਸਦ ਇਹ ਹੈ ਕਿ ਮੇਰੀ ਬਰਾੜ ਦੇ ਕਰਦਾ ਹੈ ਤੇ ਮੈਂ ਤੇ ਫਿਰ ਕਹਿ ਕਹਿੰਦਾ ਨਾ ਮੈਂ ਹੀ ਕੀਤਾ, ਮੈਂ ਹੀ ਸਮਝੋ। ਯਾਰ ਇਹ ਕੀ ਗੱਲ ਹੋਈ ਕਿ ਤੇਰੀ ਬਰਾੜ ਦੇ ਆ ਕੇ ਕੋਈ ਨਬੀ ਦੀ ਗੁਸਤਾਖੀ ਕਰੇ ਤੇ ਉਹ ਗੁਸਤਾਖੀ ਇਹ ਦੂਜੇ ਦੀ ਜਿੱਥੇ ਮਰਜ਼ੀ ਜਾ ਕੇ ਕਰਕੇ ਆ ਕੇ ਤੇ ਕੋਲ ਆ ਕੇ ਬਹਿ ਜਾਵੇ ਤੇ ਪਾਕ ਉਮਰ ਭਾਈ ਕੌਣ ਅਲੀ ਮਿਊਟ ਕਰ, ਅਲੀ ਮਿਊਟ ਕਰ ਤੇ ਕੰਮ ਕਰ ਆਪਣਾ ਜਿਹੜਾ ਕਰਨ ਲੱਗਿਆ ਕੰਮ ਕਰ, ਸ਼ੋਰ ਆਉਣ ਲੱਗੇ ਪਿੱਛੇ। ਕੌਣ ਪਿਆ ਕਹਿੰਦਾ ਗੁਸਤਾਖੀ ਨਹੀਂ ਹੈ, ਤੇ ਕੌਣ ਪਿਆ ਕਹਿੰਦਾ ਕਿ ਮਰਜ਼ਾਈਆਂ 'ਚ ਕੋਈ ਇੱਕ ਵੀ ਐਸਾ ਹੈ ਜਿਹੜਾ ਗੁਸਤਾਖ ਨਹੀਂ ਹੈ? ਸਾਰੇ ਮਿਰਜ਼ਾਈਅਤ ਨਾ ਹੀ ਭਾਈਜਾਨ ਸ਼ਾਤਮੀਅਤ ਦਾ, ਇਲਹਾਦ ਦਾ। ਕੀ ਅਸੀਂ ਕਰੀਏ, ਇਹਨਾਂ ਦਾ ਕੀ ਇਲਾਜ ਕੀਤਾ ਜਾ ਸਕਦਾ ਦੱਸੋ? ਨਹੀਂ ਇਲਾਜ ਨਹੀਂ। ਅਲੀ ਇਹ ਕਹਿ ਰਿਹਾ ਨਾ ਕਿ ਮੇਰੇ ਕੋਲ ਆ ਕੇ ਬਹਿ ਗਿਆ ਤੇ ਉਹਨੂੰ ਤਾਰਕ ਚੌਹਾਨ ਕੋਈ ਕੁਛ ਆਖੇ ਨਾ, ਸਿਰਫ ਇਹ ਮੈਂ ਗੱਲ ਕਰਨ ਆ ਕਿ ਮੇਰੇ ਕੋਲ ਆ ਕੇ ਬਹਿ ਗਿਆ ਤੇ ਠੀਕ ਹੈ ਜੀ। ਨਹੀਂ ਅਮਰ ਭਾਈ, ਮੈਂ ਗੱਲ ਕੋਈ ਨਹੀਂ ਕੀਤੀ ਕਿ ਮੈਂ ਨਹੀਂ ਕੀਤਾ। ਤੈਨੂੰ ਵਾਸਤਾ ਅੱਲਾ ਦੇ ਨਬੀ ਦਾ ਉਹ ਮਿਊਟ ਕਰ ਲੈ ਅਲੀ, ਜਾਂ ਮਿਊਟ ਕਰ ਲੈ ਜਾਂ ਮੈਂ ਹੁਣ ਥੱਲੇ ਉਤਰ ਜਾ। ਇੱਕ ਵਾਰੀ ਆਖਿਆ, 2 ਵਾਰੀ ਆਖਿਆ, 3 ਵਾਰੀ ਆਖਿਆ ਮਿਊਟ ਕਰ ਲੈ। ਛੱਡ ਬਾਅਦ ਮਾਈਕ ਖੋਲ ਕੇ ਤੇ ਦਲੀਲਾਂ ਦੇਣ ਸ਼ੁਰੂ ਹੋ ਜਾਂਦੇ ਹੋ। ਪਰ ਮੁੱਕ ਕੀ ਗੱਲ, ਜਿਹੜਾ ਵੀ ਬੰਦਾ ਇੱਥੇ ਆਉਂਦਾ ਹੈ, ਗੱਲ ਕਰਦਾ ਹੈ, ਨਵੀਂ ਕਿਸੇ ਬਰਾੜ ਤੇ ਤੁਹਾਨੂੰ ਮਿਲਦਾ ਹੈ, ਤੁਸੀਂ ਗੱਲ ਕਰੋ, ਕੋਸ਼ਿਸ਼ ਕਰੋ ਅੱਛੇ ਤਰੀਕੇ ਨਾਲ ਉਹਨੂੰ ਸਮਝਾਉਣ ਦੀ, ਜਾਂ ਉਹਨੂੰ ਕੋਈ ਇਨਸਾਨ ਦੇ ਬੱਚਿਆਂ ਕੰਟਰੋਲ ਪਾ ਕੇ, ਲਗਾਮ ਪਾ ਕੇ ਰੱਖਣ ਦੀ ਕੋਸ਼ਿਸ਼ ਕਰੋ। ਲੇਕਿਨ ਜੇ ਤੁਸੀਂ ਕਹੋ ਕਿ ਆ ਉਹਨੇ ਫਲਾਣੇ ਦਿਨ ਗੁਸਤਾਖੀ ਕੀਤੀ, ਗੁਸਤਾਖੀ ਤੇ ਸਾਰੇ ਹੀ ਨੇ, ਸਾਰੇ ਹੀ ਗੁਸਤਾਖੀਆਂ ਕਰਦੇ ਨੇ। ਤੁਸੀਂ ਜਦੋਂ ਉਹਦੇ ਨਾਲ ਗੱਲ ਕਰੋ, ਤੁਸੀਂ ਉਹ ਪਿਛਲੇ ਨੂੰ ਲੈ ਕੇ ਸਾਹਮਣੇ ਰੱਖ ਕੇ ਤੇ ਨਾ ਗੱਲ ਕਰੋ। ਤੁਸੀਂ ਉਹਨੂੰ ਗੱਲ ਕਰਨੀ ਕਰੋ, ਨਹੀਂ ਕਰਨੀ ਨਾ ਲਵੋ, ਉਹਨੂੰ ਬਰਾੜ ਤੇ ਨਾ ਲਵੋ। ਜਿਹੜਾ ਬੰਦੇ ਨੂੰ ਸਮਝਦੇ ਹੋ ਕਿ ਇਸ ਕਾਬਲ ਹੀ ਨਹੀਂ ਹੈ ਕਿ ਇਹਦੇ ਨਾਲ ਗੱਲ ਕੀਤੀ ਜਾਏ, ਉਹਨੂੰ ਲਵੋ ਹੀ ਨਾ। ਲੇਕਿਨ ਜੇ ਤੁਸੀਂ ਬਰਾੜ ਤੇ ਲੈਣਾ ਫਿਰ ਉਹਦੇ ਨਾਲ ਤੁਸੀਂ ਅੱਛੇ ਤਰੀਕੇ ਨਾਲ ਇਨਸਾਨਾਂ, ਹਕਮਤ ਨਾਲ, ਦਨਾਈ ਨਾਲ ਗੱਲ ਕਰੋ, ਤੇ ਉਹਨੂੰ ਆਪ ਪਹਿਲ ਨਾ ਕਰੋ ਉਹਦੇ ਨਾਲ ਜ਼ਿਆਦਤੀ ਕਰਨ 'ਚ, ਗਾਲ ਕੱਢਣ 'ਚ, ਜ਼ੁਲਮ ਜ਼ਿਆਦਤੀ ਕਰਨ 'ਚ। ਆਖਰ ਰੱਬ ਨੂੰ ਜਾਨ ਦੇਣੀ ਹਰ ਬੰਦੇ ਨੇ। ਇੰਨੀ ਗੱਲ, ਇਸ ਗੱਲ ਨੂੰ ਹੁਣ ਇੱਥੇ ਛੱਡ ਦਿਓ ਤੇ ਅਗਾਂਹ ਗੱਲ ਕਰੋ। ਬਿਲਕੁਲ ਅੱਗੇ ਬਈ ਮੈਮਨ ਸਾਹਿਬ ਇਹਨਾਂ ਨੂੰ ਦੱਸੋ, ਇਹਨਾਂ ਨੂੰ ਵੀ ਜਿਹੜੀ ਇਹੋ ਜਿਹੀ ਇਸ ਤੋਂ ਵੱਧ ਗੱਲ ਕਰਨੀ ਹੋਵੇ ਤਾਂ ਫੋਨ ਤੇ ਇੱਕ ਦੂਜੇ ਨਾਲ ਕਰ ਲਿਆ ਬਸ। ਇੱਥੇ ਇੰਨੀ ਕੋਈ ਗੱਲ। ਇਹ ਹੁਣ ਜਿਹੜਾ ਪੋਸਟਰ ਲਾਇਆ ਮੈਂ ਕਿਉਂ ਲਾਇਆ, ਇਸ ਗੱਲ ਲਾਇਆ ਕਿ ਮਿਰਜ਼ਾ ਕਾਦੀਆਨੀ ਨੂੰ ਨਬੀ ਪਾਕ ਦਾ ਜ਼ਿਲ ਔਰ ਬਰੂਜ਼ ਕਹਿ ਕੇ ਦਰ ਹਕੀਕਤ ਨਬੀ अलैहिस्सलातु वस्सलाम ਦੀ ਤੋਹੀਨ ਔਰ ਗੁਸਤਾਖੀ ਕਰ ਰਹੇ ਨੇ, ਔਰ ਉਹਨਾਂ ਨੂੰ ਗਾਲੀ ਦੇ ਰਹੇ ਨੇ ਕਿ ਨਬੀ ਪਾਕ ਦਾ ਜ਼ਿਲ ਔਰ ਬਰੂਜ਼ ਇੱਕ ਐਸਾ ਬੰਦਾ ਹੈ ਜਿਹਦਾ ਇਹ ਕਿਰਦਾਰ ਹੈ ਜਿਹੜਾ ਉਹਦੇ ਪੁੱਤਰਾਂ ਨੇ ਲਿਖਿਆ। ਰੰਗੀਨ ਮਜ਼ਾਜ ਉਹਦੇ ਪੁੱਤਰ ਨੇ ਆਪ ਉਹਨੂੰ ਕਿਹਾ, ਜਿਹਨੂੰ ਉਹਦਾ ਪੁੱਤਰ ਆਖੇ ਕਿ ਇਹ ਰੰਗੀਨ ਮਜ਼ਾਜ ਆਦਮੀ ਮੇਰਾ ਬਾਪ, ਕਿਆ ਉਹਨੂੰ ਨਬੀ ਪਾਕ ਦਾ ਜ਼ਿਲ ਔਰ ਬਰੂਜ਼ ਕਿਹਾ ਜਾ ਸਕਦਾ ਹੈ? ਜਾਂ ਤੁਸੀਂ ਕਹੋਗੇ ਤੇ ਮੁਸਲਮਾਨਾਂ ਨੂੰ ਤਕਲੀਫ ਨਹੀਂ ਹੋਏਗੀ? ਇਹਨੂੰ ਤੁਸੀਂ ਨਬੀ ਆਖਣਾ, ਨਬੀ ਆਖੋ, ਖੁਦਾ ਆਖਣਾ, ਖੁਦਾ ਆਖੋ, ਖਸਮਾਂ ਨੂੰ ਖਾਓ, ਲੇਕਿਨ ਇਹ ਨਾ ਹਰਕਤਾਂ ਕਰੋ। ਸਾਡੇ ਮਹਿਬੂਬ ਨਬੀ ਨੂੰ ਗਾਲ ਨਾ ਕੱਢੋ ਤੇ ਐਸੇ ਬੰਦੇ ਨੂੰ ਉਹਨਾਂ ਦਾ ਜ਼ਿਲ ਔਰ ਬਰੂਜ਼ ਨਾ ਕਹੋ। ਮਿਰਜ਼ਾਈਓ, ਇੱਕ ਐਸਾ ਸ਼ਖਸ ਜਿਹਨੂੰ ਉਹਦੀ ਔਲਾਦ ਵੀ ਆਂਦੀ ਹੈ ਕਿ ਇਹ ਰੰਗੀਨ ਮਜ਼ਾਜ ਹੈ, ਮੁੰਡਾ ਪਿਆਂਦਾ ਮੈਨੂੰ ਖੱਤ ਆਇਆ ਤੇ ਖੱਤ ਵਿੱਚ ਲਿਖਿਆ ਕਿ ਮਿਰਜ਼ਾ ਸਾਹਿਬ ਜਿਹੜੇ ਸਨ ਉਹ ਵਲੀ ਅੱਲਾ ਸਨ, ਪਰ ਉਹ ਕਦੇ ਕਦੇ ਜ਼ਨਾਹ ਕਰ ਲੈਂਦੇ ਸਨ, ਤੂੰ ਤੇ ਰੋਜ਼ ਹੀ ਜ਼ਨਾਹ ਸ਼ੁਰੂ ਕੀਤੇ। ਤੇ ਮੁੰਡਾ ਆਂਦਾ ਵੀ ਇਹ ਲਾਹੌਰੀਆਂ ਦੇ ਕੰਮ ਹੈ, ਉਹਨਾਂ ਦਾ ਖੱਤ ਹੋ ਸਕਦਾ ਹੈ। ਐਸੇ ਗੰਦੇ ਲੋਕਾਂ ਨੂੰ, ਐਸੇ ਗੰਦੇ ਕਿਰਦਾਰ ਦੇ ਲੋਕਾਂ ਨੂੰ ਸਾਡੇ ਮਹਿਬੂਬ ਨਬੀ ਦਾ ਜ਼ਿਲ ਔਰ ਬਰੂਜ਼ ਨਾ ਕਹੋ। ਇਹ ਮਿਹਰਬਾਨੀ ਕਰੋ। ਜੇ ਤੁਸੀਂ ਇਹ ਕਹੋਗੇ ਤੇ ਤੁਸੀਂ ਦਰ ਹਕੀਕਤ ਗਾਲੀ ਦੇ ਰਹੇ ਹੋ ਨਬੀ ਪਾਕ ਨੂੰ। ਇਹ ਜ਼ੁਲਮ ਛੋੜ ਦਿਓ, ਇਹ ਬੇਹਯਾਈ ਛੋੜ ਦਿਓ। ਨਬੀ ਪਾਕ ਦਾ ਜ਼ਿਲ ਔਰ ਬਰੂਜ਼ ਇਹੋ ਜਿਹਾ ਬੰਦਾ ਕਮ ਅਜ਼ ਕਮ ਨਹੀਂ ਹੋ ਸਕਦਾ। ਅਗਰ ਉਹਨਾਂ ਦਾ ਜ਼ਿਲ ਔਰ ਬਰੂਜ਼ ਹੀ ਵੇਖਣਾ, ਸਾਹਬਾ 'ਚ ਵੇਖੋ, ਅਹਿਲੇ ਬੈਤ 'ਚ ਵੇਖੋ ਜਾ ਕੇ, ਜਿਨ੍ਹਾਂ ਨੇ ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਚੱਲ ਕੇ ਵਹਾਇਆ ਔਰ ਆਪਣੀਆਂ ਸਾਰੀਆਂ ਜ਼ਿੰਦਗੀਆਂ ਨੂੰ
ਉਹਨਾਂ ਦੀ ਜ਼ਿੰਦਗੀ ਯਾਰ ਗੁਜ਼ਾਰ ਕੇ ਸਾਬਤ ਕੀਤਾ ਹੈ। ਜ਼ਿਲ ਬਰੂਜ਼ ਵੇਖਣਾ ਤਾਂ ਉੱਥੋਂ ਵੇਖੋ, ਇਹ ਕਹਿੰਦਾ ਜ਼ਿਲ ਤੇ ਕਹਿੰਦਾ ਬਰੂਜ਼ ਹੈ। ਹਾਂ ਬਈ ਟਰੁੱਥ ਸਿਕਰ ਆ ਉੱਤੇ ਕਰ ਲੈ ਹੁਣ ਗੱਲ, ਵੇਲਾ ਮੈਂ ਤਸਲੀਮ ਅਹਿਮਦ ਸਾਹਿਬ, ਮਿਰਜ਼ਾ ਸਾਹਿਬ ਨੂੰ ਨਬੀ ਪਾਕ ਦਾ ਜ਼ਿਲ ਬਰੂਜ਼ ਨਾ ਕਰਿਆ ਕਰੋ। ਮਿਰਜ਼ਾ ਕਾਦੀਆਨੀ ਸਾਹਿਬ ਦਾ ਜਿਹੜਾ ਕਰਦਾਰ ਤੇ ਸ਼ਕਲ ਮੁਹਾਂਦਰਾ ਉਹ ਤੁਸੀਂ ਆਪ ਹੀ ਦੇਖ ਲਓ, ਅਸੀਂ ਉਹਦੇ ਬਾਰੇ ਕੋਈ ਬੁਰਾ ਲਫ਼ਜ਼ ਕਵਾਂਗੇ ਹਮ ਅਗਰ ਅਰਜ਼ ਕरेंगे तो ਸ਼ਿਕਾਇਤ ਹੋਗੀ। ਇਹਨੂੰ ਤੁਸੀਂ ਨਬੀ ਮੰਨਣਾ, ਨਬੀ ਮੰਨੋ, ਖੁਦਾ ਮੰਨਣਾ, ਖੁਦਾ ਮੰਨੋ, ਤੁਹਾਡਾ ਮੁਸਲਮਾਨਾਂ ਤੋਂ ਅਲੱਗਾ ਹੋ ਗਿਆ ਦੀਨ ਮਜ਼ਹਬ, ਹਰ ਸ਼ੈ ਅਲੱਗਾ ਹੋ ਗਈ। ਉਹ ਆਪ ਹੀ ਕਰ ਗਿਆ, ਉਹਦੇ ਪੁੱਤਰ ਨੇ ਲਿਖਿਆ ਬਈ ਨਮਾਜ਼ਾਂ ਸਾਡੀਆਂ ਅਲੱਗਾ ਹੋ ਗਈਆਂ, ਰਿਸ਼ਤੇ ਨਾਤੇ ਖਤਮ ਕਰ ਦਿੱਤੇ ਗਏ। ਮੁਸਲਮਾਨਾਂ ਨਾਲ ਸਾਡਾ ਰਹਿ ਕੀ ਗਿਆ? ਮੁਸਲਮਾਨਾਂ ਨਾਲ ਤੁਹਾਡਾ ਕੁਝ ਵੀ ਨਹੀਂ ਰਹਿ ਗਿਆ, ਮੁਸਲਮਾਨਾਂ ਤੋਂ ਤੁਸੀਂ ਅਲੱਗਾ ਹੋ ਗਏ ਹੋ। ਹੁਣ ਇਹਨੂੰ ਜੋ ਮੰਨਣਾ ਮੰਨੋ, ਖਸਮਾਂ ਨੂੰ ਖਾਓ, ਲੇਕਿਨ ਸਾਡੇ ਮਹਿਬੂਬ ਨਬੀ ਦਾ ਨਾਂ ਨਾ ਲੈ ਕੇ ਕਵਿਆ ਕਰੋ ਕਿ ਇਹ ਉਹਨਾਂ ਦਾ ਜ਼ਿਲ ਤੇ ਬਰੂਜ਼ ਹੈ। ਇਹ ਮਿਹਰਬਾਨੀ ਕਰੋ, ਨਹੀਂ ਤੇ ਮੁਸਲਮਾਨ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦੇ। ਜ਼ਿਲ ਬਰੂਜ਼ ਤੇ ਦਰਕਨਾਰ ਤੁਸੀਂ ਤਾਂ ਕਹਿੰਦੇ ਹੋ ਕਿ ਇਹ ਮੁਹੰਮਦ सल्लल्लाहु अलैहि वसल्लम ही फिर उतर आए हैं, मोहम्मद फिर उतर आए हैं हम में। तो सिर्फ ये भी नहीं कि उतर आए हैं बल्कि आगे से हैं बढ़कर अपनी शान में। ऐसा रामजादगी नु कित्थे रखोगे मैनूं दसो, किहड़ा कपड़ा इहदे ते पाओ दे? इस गंदगी दा ढेर चुक के कन्नां दे उत्ते सिर दे उत्ते रख के लगे फिरदे हो ते आंदे हो बई साडे नाल मुसलमान जाति करदे ने। ਇਹ ਜੀ ਉਹ ਗੱਲ ਜਿਹੜਾ ਅੱਜ ਦਾ ਪੈਗਾਮ ਹੈ। ਅਮਰ ਭਾਈ, 17 ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਤਾਲਾ ਅਨਹੂ ਜਦੋਂ ਹਿਜਰਤ ਦਾ ਹੁਕਮ ਹੋ ਗਿਆ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਚਲੇ ਗਏ ਤੇ ਗਾਰੇ ਸੌਰ ਦੇ ਵਿੱਚ ਵਕਤ ਗੁਜ਼ਾਰਿਆ। ਉਸ ਤੋਂ ਬਾਅਦ ਜਦੋਂ ਮਾਮਲਾਤ ਬਿਹਤਰ ਸਮਝੇ ਤੇ ਫਿਰ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਨਾਲ ਮਦੀਨਾ ਸ਼ਰੀਫ ਉਹ ਗਏ। ਤੇ ਉਹ ਕਿਉਂਕਿ ਉੱਥੋਂ ਦੇ ਲੋਕ ਜਿਹੜੇ ਸਨ ਉਹਨਾਂ ਨੇ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੀ ਜ਼ਿਆਰਤ ਨਹੀਂ ਸੀ ਕੀਤੀ ਹੋਈ, ਪਤਾ ਨਹੀਂ ਸੀ ਹੈ ਕਿ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਕੌਣ ਨੇ। ਤੇ ਉਹ ਕੁਝ ਲੋਕ ਜਿਹੜੇ ਉਹ ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਤਾਲਾ ਅਨਹੁ ਦੀ ਤਰਫ ਆਉਂਦੇ ਸਨ ਤੇ ਕੁਝ ਨਬੀ ਪਾਕ ਤੋਂ ਆਪ ਨੇ ਜਦੋਂ ਦੇਖਿਆ ਨਾ ਕਿ ਇਹ ਮੇਰੇ ਵੱਲ ਆਉਂਦੇ ਨੇ ਯਾਰ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਆਪਣੀ ਚਾਦਰ ਫਾੜ ਕੇ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੀ ਤਰਫ ਮਤਲਬ ਕਰ ਦਿੱਤੀ, ਉੱਤੇ ਕਰ ਦਿੱਤੀ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਆਕਾ ਕੌਣ ਹੈ ਤੇ ਗੁਲਾਮ ਕੌਣ ਹੈ। ਤੇ ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਤਾਲਾ ਅਨਹੁ ਨੂੰ ਜੈਸਾ ਮਤਲਬ ਹਸਤੀ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੇ ਕਾਮਿਲ ਜਿਹੜੇ ਮੁਰੀਦ ਸਨ, ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੀ ਸੋਹਬਤ ਦੇ ਵਿੱਚ ਇਸ ਤਰ੍ਹਾਂ ਵਕਤ ਗੁਜ਼ਾਰਿਆ ਕਿ ਅੱਜ ਵੀ ਮਜ਼ਾਰ ਦੇ ਵਿੱਚ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੇ ਨਾਲ ਨੇ। ਤੇ ਉਹਨਾਂ ਦੇ ਜ਼ੇਨ ਦੇ ਵਿੱਚ ਜ਼ਰਾ ਬਰਾਬਰ ਇਹ ਨਹੀਂ ਆਈ ਕਿ ਮੈਂ ਆਪਣੇ ਆਪ ਨੂੰ ਇਸ ਅੰਦਾਜ਼ ਜ਼ਿਲ ਜਾਂ ਬਰੂਜ਼ ਦੇ ਤੌਰ ਤੇ ਪੇਸ਼ ਕਰਾਂ। ਇਹ ਕਾਣਾ ਦੱਜਾਲ 1400 ਸਾਲ ਬਾਅਦ ਉੱਠ ਕੇ ਚੋਰ ਠੱਗਾ ਲਫੰਗਾ ਲੁਟੇਰਾ ਮਤਲਬ ਹਰ ਤਰ੍ਹਾਂ ਦਾ ਇਲਜ਼ਾਮ ਇਹਦੇ ਉੱਤੇ ਮੌਜੂਦ ਹੈ ਔਰ ਫਿਰ ਸਾਬਤ ਹੈ, ਸਾਰੇ ਇਲਜ਼ਾਮ ਸਾਬਤ ਨੇ, ਇਹਨਾਂ ਦੀ ਅੱਖਾਂ ਦੇ ਸਾਹਮਣੇ ਨੇ। ਉਹ ਆਪਣੇ ਆਪ ਨੂੰ ਜ਼ਿਲ ਔਰ ਬਰੂਜ਼ ਕਵੇ ਔਰ ਉਹ ਇਹ ਜਿਹੜੇ ਢੱਗੇ ਨੇ ਜਿਨ੍ਹਾਂ ਦੇ ਉਹ ਕੋਲੂ ਨਹੀਂ ਤੇਲੀਆਂ ਦੇ ਜਿਹੜੇ ਢੱਗੇ ਹੁੰਦੇ ਨੇ ਤੇ ਐਨਕਾਂ ਪਾ ਕੇ ਉਹਨਾਂ ਨੂੰ ਘੁਮਾਈ ਫਿਰਦੇ ਨੇ, ਪੂਰੀ ਦੁਨੀਆ ਦਾ ਚੱਕਰ ਲਾ ਰਹੇ ਹੁੰਦੇ ਨੇ ਆਪਣੇ ਵੱਲੋਂ। ਤੇ ਇਹ ਢੱਗੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਅਸੀਂ ਕਿਸੇ ਕਾਣੇ ਦੱਜਾਲ ਨੂੰ ਜ਼ਿਲੀ ਔਰ ਬਰੂਜ਼ੀ ਤੌਰ ਦੇ ਤੇ ਨਬੀ ਬਣ ਕੇ ਬੈਠੇ हैं। तो फिर आगे से हैं बढ़कर अपनी शान में मोहम्मद देखने हो जिसने अकमल, वो मिर्ज़ा गुलाम अहमद कादियानी को देखे आके कादियान में। लो यूसुफ भाई ये शेर में अस्सलाम वालेकुम जी। यूसुफ भाई एक मैं एक मिनट ये शेर में सुनाया चलो है ਤੁਸੀਂ ਬੋਲ ਲਓ, ਤੁਸੀਂ ਬੋਲ। कराची ਦਾ ਬੰਦਾ ਹੈ ਉਹ ਉਰਦੂ ਸਪੀਕਿੰਗ ਹੈ ਇਟਲੀ ਦੇ ਵਿੱਚ ਨਾ, ਉਹ ਪਤਾ ਨਹੀਂ ਮੈਨੂੰ ਕੀ ਅੱਗੇ ਕਹਿੰਦਾ ਹੈ, ਉਹ ਕਹਿੰਦਾ ਮੇਰੇ ਕੰਨਾਂ ਨੂੰ ਅੱਗ ਲਾ ਦੇ, ਹੁਣ ਪੈਟਰੋਲ ਸੱਟ ਜਿਹੜਾ ਨਾ ਸੁੱਟ ਕੇ ਮੇਰੇ ਕੰਨਾਂ ਨੂੰ ਅੱਗ ਲਾ ਦੇ। ਤੇ ਮੈਨੂੰ ਸ਼ੇਰ ਸੁਣਾਇਆ ਤੇ ਜਿਹੜਾ ਨਾ ਸੁਣਾਇਆ ਕਿਉਂ ਨਹੀਂ, ਉਹ ਆਦਾ ਮੈਂ ਜਦੋਂ ਜਿਹੜਾ ਹੈ ਨਾ ਸੁਣਾ ਨਾ ਮਿਰਜ਼ਈਆਂ ਨੂੰ ਉਦਾਂ ਇੰਜ ਸਮਝੇ ਕਿ ਮੇਰੇ ਕੰਨਾਂ ਨੂੰ ਮੈਂ ਆਪਣੇ ਨੂੰ ਅੱਗ ਲਾ ਦੇ ਸਾਂ। ਉਹ ਕਹਿੰਦਾ ਹੈ ਇਹਨਾਂ ਦੇ ਨਾਲ ਗੱਲ ਕਰਨੀ ਵੀ ਜਿਹੜਾ ਹੈ ਬਈ ਇਹ ਇਸਲਾਮ ਵਿੱਚ ਜਾਇਜ਼ ਨਹੀਂ ਹੈ।
ਕੋਈ ਵੀ ਮੁਸਲਮਾਨ ਗੈਰਤਮੰਦ ਮੁਸਲਮਾਨ ਹੋਵੇ ਕਸਮੇ ਉਹ ਸਾਡੇ ਉਸਤਾਦ ਜੀ ਉਹ ਫਰਮਾਉਂਦੇ ਸਨ ਕਿ ਪੁੱਤਰ ਬੰਦਾ ਜਿਹੜਾ ਨਾ ਗੁਨਾਹਗਾਰ ਹੋਵੇ ਪਰ ਗੁਸਤਾਖ ਨਾ ਹੋਵੇ। ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਗੁਨਾਹਗਾਰ ਦੀ ਬਖਸ਼ਿਸ਼ ਹੈ ਪਰ ਗੁਸਤਾਖ ਦੀ ਬਖਸ਼ਿਸ਼ ਨਹੀਂ ਹੈ। ਤੇ ਕੋਈ ਵੀ ਮੁਸਲਮਾਨ ਗੈਰਤਮੰਦ ਜਿਹੜਾ ਨਾ ਉਹ ਕਤਅਨ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੀ ਸ਼ਾਨ ਹੈ। ਇੱਥੇ ਤੇ ਮੈਂ ਕਹਿੰਦਾ ਵਾਂ ਇਹ ਤੇ ਬੜੀ ਗੱਲ ਹੈ, ਜੇ ਮੈਂ ਹੁਣ ਤੁਸੀਂ ਇਜਾਜ਼ਤ ਦਿਓ ਤੇ ਮੈਂ ਗੱਲ ਕਰਨਾ ਵਾਂ ਕਿ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੀ ਸ਼ਾਨ ਦੇ ਹਵਾਲੇ ਨਾਲ ਮੁਸਲਮਾਨ ਜਿਹੜੇ ਨਾ ਉਹ ਇਹ ਵੀ ਗਵਾਰਾ ਨਹੀਂ ਕਰਦੇ ਕਿ ਕੋਈ ਇਹ ਕਹਿ ਦੇਵੇ ਕਿ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦਾ ਸਾਇਆ ਵੀ ਸੀ। ਤੇ ਜਿਹੜਾ ਜੋ ਮੁਸਲਮਾਨ ਇੰਨਾ ਵੀ ਗਵਾਰਾ ਨਹੀਂ ਕਰਦੇ ਕਿ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦਾ ਕੋਈ ਸਾਨੀ ਜਾਂ ਸਾਇਆ ਤੱਕ ਮੰਨਣ ਵਾਸਤੇ ਤਿਆਰ ਨਾ ਹੋਣ, ਤੇ ਉਹ ਇਹ ਕਾਣੇ ਦਜਾਲ ਨੂੰ ਉਹ ਜ਼ਿੱਲੀ ਬਰੂਜ਼ੀ ਤੌਰ ਤੇ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦਾ ਬਰੂਜ਼ ਮੰਨ ਲੈਣਗੇ। ਇਹ ਕਿੱਡੀ ਵੱਡੀ ਗੁਸਤਾਖੀ, ਕਿਤਨੀ ਤਕਲੀਫ ਦੀ ਗੱਲ ਹੈ ਮੁਸਲਮਾਨਾਂ ਵਾਸਤੇ। ਉਹ ਮੈਨੂੰ ਜ਼ਾਕਿਰ ਨਾਇਕ ਸਾਹਿਬ ਦੇ ਇੱਕ ਯਾਦ ਆ ਗਈ ਗੱਲ, ਤੇ ਉਹ ਕਿਸੇ ਨੂੰ ਦੱਸ ਰਹੇ ਸਨ ਅੱਲਾ ਰੱਬੁਲ ਇੱਜ਼ਤ ਦੇ ਵਜੂਦ ਦੇ ਬਾਰੇ 'ਚ, ਤੇ ਉਹ ਕਹਿੰਦੇ ਕਿ ਮੈਂ ਜੇ ਤੁਹਾਨੂੰ ਪੈਸੇ ਘੱਲਦਾ ਹੋਵਾਂ, ਕਿਸੇ ਦੂਸਰੇ ਸ਼ਹਿਰ 'ਚ ਕੋਈ ਬੰਦਾ ਸਟੂਡੈਂਟ ਰਹਿੰਦਾ ਹੋਵੇ, ਮੈਂ ਉਹਨੂੰ ਪੈਸੇ ਘੱਲਾਂ ਤੇ ਉਹਦੀ ਤਾਲੀਮ ਦਾ ਖਰਚਾ ਮੈਂ ਉਹਨੂੰ ਪੇ ਕਰਦਾ ਹਾਂ, ਤੇ ਉਹ ਬੜਾ ਖੁਸ਼ ਹੋਵੇ ਕਿ ਮੈਨੂੰ ਜਿਹੜਾ ਨਾ ਡਾਕਟਰ ਸਾਹਿਬ ਮੈਨੂੰ ਪੈਸੇ ਘੱਲਦੇ ਨੇ, ਮੇਰੀ ਸਕੂਲ ਦੀ ਜਾਂ ਯੂਨੀਵਰਸਿਟੀ ਦੀ ਫੀ ਮੈਂ ਪੇ ਕਰ ਦਿੰਦਾ ਵਾਂ, ਤੇ ਉਹਨੇ ਮੈਨੂੰ ਵੇਖਿਆ ਨਾ ਹੋਵੇ ਤੇ ਉਹ ਅੱਗੋਂ ਇੱਕ ਕਾਕਰੋਚ ਬਣਾ ਕੇ ਤੇ ਉਹਦਾ ਸ਼ੁਕਰੀਆ ਅਦਾ ਕਰੇ ਕਿ ਜੀ ਬਹੁਤ ਸ਼ੁਕਰੀਆ ਤੁਹਾਡਾ ਜੀ, ਮੈਨੂੰ ਲੱਗਦਾ ਜ਼ਾਕਿਰ ਸਾਹਿਬ ਐਸੇ ਹੋਣੇ ਨੇ। ਕਹਿੰਦੇ ਜੀ ਦੱਸੋ ਉਹ ਮੇਰੇ ਵਾਸਤੇ ਅੱਛਾਈ ਦਾ ਸਬਬ ਬਣ ਰਿਹਾ ਜਾਂ ਮੇਰੀ ਬੇਇੱਜ਼ਤੀ ਕਰ ਰਿਹਾ ਉਹ ਬੰਦਾ? ਇਸ ਤੋਂ ਚੰਗਾ ਸੀ ਉਹ ਮੈਨੂੰ ਸ਼ੁਕਰੀਆ ਅਦਾ ਹੀ ਨਾ ਕਰਦਾ, ਖਾਮੋਸ਼ ਹੀ ਰਹਿੰਦਾ ਕਿ ਕਾਕਰੋਚ ਦੇ ਨਾਲ ਤਾਂ ਨਾ ਮੈਨੂੰ ਤਸ਼ਬੀਹ ਦਿੰਦਾ। ਹੁਣ ਇੱਕ ਕਾਣਾ ਦਜਾਲ, ਮਤਲਬ ਲੂਲਾ ਲੰਗੜਾ, ਹਰ ਤਰ੍ਹਾਂ ਦੀ ਐਬ ਉਹਦੇ ਵਿੱਚ, ਚੋਰੀ ਡਕੈਤੀ ਦਾ ਮਾਮਲਾ ਉਹਦੇ ਵਿੱਚ ਮੌਜੂਦ ਹੈ, ਲੋਕਾਂ ਦਾ ਪੈਸਾ ਗਬਨੋ ਕਰਕੇ ਬੈਠਾ ਹੈ, ਲੋਕਾਂ ਦੀਆਂ ਧੀਆਂ ਭੈਣਾਂ ਦੇ ਤੇ ਗੰਦੀ ਨਜ਼ਰ ਉਹ ਰੱਖ ਕੇ ਬੈਠਾ ਹੈ, ਈਵਨ ਫਿਰ ਉਹਨਾਂ ਨੂੰ ਪ੍ਰਚਾਰ ਕਰਦਾ ਪਿਆ, ਦੋ ਮੀਆਂ ਬੀਵੀ ਦੀ ਤਲਾਕ ਕਰਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਯਤਨ ਕਰਦਾ ਪਿਆ, ਜਿਹਦੇ ਬਾਰੇ ਜੋ ਕੁਰਾਨ ਪਾਕ ਨੇ ਫਰਮਾਇਆ ਇਹ ਸ਼ੈਤਾਨ ਦਾ ਕੰਮ ਹੈ। ਸ਼ੈਤਾਨ ਜਿਹੜੇ ਨਾ ਉਹ ਮੀਆਂ ਬੀਵੀ ਦੇ ਵਿੱਚ ਲੜਾਈ ਕਰਵਾਉਂਦਾ ਹੈ। ਸਭ ਤੋਂ ਕਬੀ ਜਿਹੜਾ ਸਭ ਤੋਂ ਆਪਣਾ ਸਖਤ ਜਿਹੜਾ ਅਮਲ ਹੈ ਨਾ ਉਹ ਅੱਲਾ ਰੱਬੁਲ ਇੱਜ਼ਤ ਨਜ਼ਦੀਕ ਹੈ, ਵੇਖ ਦੋ ਮੀਆਂ ਬੀਵੀ ਦੇ ਦਰਮਿਆਨ ਲੜਾਈ ਕਰਾ ਦੇਣਾ ਜਾਂ ਉਹਨਾਂ ਦੀ ਅਲਹਿਦਗੀ ਕਰਾਉਣ ਦੀ ਕੋਸ਼ਿਸ਼ ਕਰਨਾ, ਤੇ ਉਹ ਮਰਦੇ ਦਮ ਤੇ ਕੋਸ਼ਿਸ਼ ਕਰਦਾ ਰਿਹਾ। ਤੇ ਐਸੇ ਬੰਦੇ ਨੂੰ ਇਹ ਜ਼ਿੱਲੀ ਬਰੂਜ਼ੀ ਤੌਰ ਦੇ ਉੱਤੇ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦਾ ਜ਼ਿਲ ਕਰਾਰ ਦੇਣ। अस्सलामु अलैकुम वरहमतुल्लाहि वबरकातुहू। वालेकुम अस्सलाम। मूसा भाई ਤੁਸੀਂ ਤੇ ਨਜਫ ਤੇ ਯੂਸਫੀ ਭਾਈ ਤੇ ਜਿੰਨੇ ਵੀ ਹੈ ਨਾ ਜ਼ਰਾ ਇhtiyat ਕਰਨੀ। ਹੁਣ ਮਲਕ ਇਮਰਾਨ ਨਾਲ ਗੱਲ ਕਰਨ ਤੋਂ ਪਹਿਲੇ ਜਿਸ ਤੋਂ ਮਲਕ ਇਮਰਾਨ ਮਾਈਕ ਖੋਲੇ ਨਾ ਤੇ ਤੁਸੀਂ ਮਾਈਕ ਬੰਦ ਕਰ ਲੈਣਾ, ਕਿਉਂਕਿ ਮਲਕ ਇਮਰਾਨ ਹੁਣ ਪਾਸਪੋਰਟ ਹੋਲਡਰ ਹੈ ਜਿਹੜਾ ਜੀ ਬੇਸ਼ੱਕ ਇਟਾਲੀਅਨ ਪਾਸਪੋਰਟ ਹੋਲਡਰ ਹੈ। ਤੇ ਜ਼ਰਾ ਧਿਆਨ ਨਾਲ ਜਦੋਂ ਮਾਈਕ ਖੋਲੇ ਤੇ ਜਿਸ ਤਰ੍ਹਾਂ ਨਜਫ ਨੇ ਨਹੀਂ ਅੱਗੇ ਆਖਿਆ ਵੀ ਚੱਲ ਠੀਕ ਹੈ ਭਾਈ ਤੂੰ ਕਰ ਲੈ ਮੈਂ ਮਿਊਟ ਕਰ ਲੈਣਾ, ਇਸ ਤਰ੍ਹਾਂ ਨੀਵੀਂ ਫੜ ਲੈਣੀ ਤੇ ਆਖਣਾ ਠੀਕ ਹੈ ਭਾਈ ਮਲਕ ਸਾਹਿਬ। ਜਿਹਦੇ ਕੋਲ ਬਲੂ ਪਾਸਪੋਰਟ ਹੋਵੇ ਉਹ ਵੀ ਚੁੱਪ ਹੀ ਰਵੇ। ਬਿਹਤਰ ਇਹ ਕਿ ਰੈੱਡ ਪਾਸਪੋਰਟ ਦਾ ਜ਼ਿਆਦਾ, ਜਿਹਨੂੰ ਨਵਾਂ ਲੱਭਾ ਹੋਵੇ ਉਹਦਾ ਇਤਰਾਮ ਕਰੇ ਨਾ, ਜਿਨ੍ਹਾਂ ਕੋਲ ਪੁਰਾਣਾ ਉਹਨਾਂ ਦੀ ਫਿਰ ਪੁਰਾਣਾ ਆਂਦੇ ਨੇ ਨਵਾਂ ਨੌ ਕੀ ਕਹਿੰਦੇ ਨੇ ਨਵਾਂ ਹੁੰਦਾ ਤੇ ਉਹ ਗਲਤ ਹੀ ਹੈ। ਪੁਰਾਣੇ ਬੰਦੇ ਦੀ ਵੈਲਿਊ ਨਹੀਂ ਨਾ ਹੁੰਦੀ, ਪੁਰਾਣਾ ਬੰਦਾ ਦਾਲ ਵਰਗਾ ਹੋ ਜਾਂਦਾ ਹੈ ਨਾ। ਪੁਰਾਣਾ ਘਸ ਗਏ ਆ, ਜਿਹਦੇ ਕੋਲ ਬਲੂ ਉਹ ਤੇ ਘਸ ਗਏ ਆ ਨਾ, ਉਹ ਤੇ ਘਸੇ ਆ ਪਾਸਪੋਰਟ ਹੈ ਨਾ। ਇਹ ਨਵਾਂ ਪਾਸਪੋਰਟ ਮੈਨੂੰ ਕੱਲ ਮਲਕ ਇਮਰਾਨ ਫੋਟੋ ਵਿਟੋਰੀ ਇੰਜ ਬਣਾ ਲਸ਼ ਪਸ਼। ਨਾਲੇ ਮੈਨੂੰ ਨਵਾਂ ਲੱਭਿਆ ਹੈ ਨਾ ਉਹਦੀ ਹਵਾ ਉੱਚੀ ਹੁੰਦੀ ਹੈ ਨਾ, ਉਹ ਆਕੜਿਆ ਫੇਰ ਰਿਹਾ ਹੁੰਦਾ। ਮੈਂ ਤੇ ਪਹਿਲੀਆਂ ਦੀ ਮਾਫੀ ਮੰਗਦਾ ਨੰਬਰ ਭਾਈ ਥੱਲੇ ਤਾਂ ਮਲਕ ਸਾਹਿਬ ਬੈਠੇ ਨੇ ਕਾਲ ਪਾ ਕੇ, ਤੇ ਮਲਕ ਜ਼ਹੂਰ ਸਾਹਿਬ ਮੇਰੇ ਨਾਲ ਸ਼ਾਇਦ ਕੋਈ ਗੱਲ ਕਰਨਾ ਚਾਹੁੰਦੇ ਸਨ, ਕਿੱਧਰ ਗਏ ਨੇ? ਕਾਲ ਪਾਈ ਨੇ ਤੇ ਕਾਲ ਲਓ ਉਹਨਾਂ ਦੀ, ਚੁੱਕੋ ਨਾ ਕਾਲ। ਪਤਾ ਨਹੀਂ ਕਾਲ ਮੈਂ ਵੇਖੀ ਹੈ ਕਿ ਉਹਨਾਂ ਦੀ ਥੱਲੇ ਲਾ ਦਿਓ ਜਗਰਾ, ਮੈਂ ਥੱਲੇ ਚਲਾ ਗਿਆ। ਉਸਤਾਦ ਮੁਹਤਰਮ ਤੁਹਾਨੂੰ ਪਤਾ ਨਜਬ ਬਾਜ ਤੇ ਨਾਲੇ ਜੋਦੋ ਸਾਹਿਬ ਵੀ ਆਏ ਨੇ, ਜੋਦੋ ਸਾਹਿਬ ਵੀ ਥੱਲੇ ਆਏ ਨੇ। ਮਲਕ ਸਾਹਿਬ ਆ ਜਾਓ, ਤੁਹਾਨੂੰ ਕਾਲ ਪਾਈ ਤੇ ਜਗ੍ਹਾ ਮੈਂ ਤੁਹਾਡੇ ਉੱਤੇ ਬਣਾਉਣਾ, ਹੋਰ ਇੱਕ ਬੰਦਾ ਲੈਣਾ। ਥੱਲੇ ਚਲਾ ਜਾਣਾ ਮੈਂ ਥੱਲੇ ਜਾਣਾ, ਤੁਸੀਂ ਜਿਹਦੇ ਕੋਲੇ ਸੁਰਖ ਪਾਸਪੋਰਟ ਨਹੀਂ ਸਾਰੇ ਥੱਲੇ ਢਲ ਜਾਓ। ਹਾਂਜੀ ਜੋਦੋ ਸਾਹਿਬ ਕੀ ਹਾਲ ਹੈ? ਠੀਕ ਠਾਕ? ਹੋਰ ਮਲਕ ਸਾਹਿਬ ਸਿਰਫ ਸੂਏ ਪਾਸਪੋਰਟ ਵਾਲੇ ਉੱਤੇ ਰਹਣ। ਠੀਕ ਠਾਕ ਜੋਜ਼ਫ ਭਾਈ ਸੁਣਾਓ ਕੀ ਹਾਲ ਚਾਲ ਹੈ? ਆਮਿਰ ਭਾਈ ਇੱਥੇ ਹੀ ਹੋ? ਕਿੰਨੀ ਕੁ ਦੇਰ ਤੱਕ ਇੱਥੇ ਹੋ?
ਇੱਥੇ ਹੀ ਆ, ਲੇਕਿਨ ਵਿੱਚ ਨਾਲ ਮੈਂ ਹੁਣ ਥੋੜਾ ਬਿਜ਼ੀ ਵੀ ਹਾਂ, ਕੰਮ ਹੀ ਪਿਆ ਕਰਨਾ ਵਾ। ਮੈਂ ਇੱਥੇ ਹੀ ਆਉਣਾ ਇਨਸ਼ਾਅੱਲਾ। ਕਿਉਂ ਸਰ 10-15 ਮਿੰਟ ਤੋਂ ਗੱਲ ਕਰਨੀ ਹੈ, ਇੱਕ ਵੀਡੀਓ ਵਿਖਾਣੀ ਸੀ। ਖੁਰਮ ਰਾਣਾ ਅੱਜ ਕੱਲ੍ਹ ਬੜਾ ਉਹ ਰੌਲਾ ਪੇ ਪਾਉਣ ਦਾ, ਤੇ ਮੈਂ ਕਿਹਾ ਚਲ ਉਹਨੂੰ ਉਹ ਚੈਲੰਜ ਕਰਦਾ ਫਿਰਦਾ, ਤੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਉਹਦੇ ਨਾਲ। ਅੱਛਾ, ਮੈਂ ਇੱਕ ਵੀਡੀਓ ਵਿਖਾਣੀ ਸੀ ਤੇ ਨਾਲ ਉਹਨੂੰ ਮੈਂ ਕਿਹਾ ਚਲੋ ਉਹਨੂੰ ਕਹੀਏ ਕਿ ਆ ਜਾ ਯਾਰ ਗੱਲ ਕਰ ਲੈ। ਗੱਲ ਹੋਈ ਤੁਹਾਡੀ ਉਹਦੇ ਨਾਲ ਕੋਈ ਰਾਬਤਾ ਹੋਇਆ? ਨਹੀਂ, ਮੇਰਾ ਕੋਈ ਰਾਬਤਾ ਕਿਸੇ ਦੇ ਨਾਲ ਇਹਨਾਂ ਦੇ ਨਾਲ ਨਹੀਂ ਹੈ। ਇਹਨਾਂ ਨੇ ਬਲਾਕ ਕੀਤਾ ਤਕਰੀਬਨ ਲੋਕਾਂ ਨੇ। ਮੈਨੂੰ 10 ਕੁ ਮਿੰਟ ਦਿਓ ਨਾ, ਤੇ ਮੈਂ ਤੁਹਾਨੂੰ ਵੀਡੀਓ ਵਿਖਾਣਾ ਫਿਰ। ਹੈ ਤੁਸੀਂ ਕਰੋ ਨਹੀਂ ਇਧਰ ਗੱਲ। ਠੀਕ ਹੋ ਗਿਆ। ਮਲਕ ਸਾਹਿਬ ਕੀ ਹਾਲ ਸਾਦੇ ਚਾਲ ਨੇ? मोहतरम अस्सलाम वालेकुम रहमतुल्लाह वबरकातुहू। ਵਾਲੇਕੁਮ ਸਲਾਮ। ਦੇਖੋ ਨਾ ਕਿੱਡਾ ਸਲਾਮ, ਕਿੱਡਾ ਮਲਕ ਸਾਹਿਬ ਆਰ ਨਾ ਕਰਦੇ ਨੇ ਬਾਦਸ਼ਾਹ। ਇਹ ਨੇਕੀਆਂ ਕੱਢਦੇ ਨੇ ਨਾ, ਪਹਿਲਾਂ ਨੇਕੀਆਂ ਹਾਸਲ ਕਰਦੇ ਨੇ, ਨੇਕੀਆਂ ਤੋਂ ਸਟਾਰਟ ਲੈਂਦੇ ਨੇ। ਇਹ ਕਿੰਨੀਆਂ ਨੇਕੀਆਂ ਮਿਲਦੀਆਂ ਮਲਕ ਸਾਹਿਬ ਸਲਾਮ ਕਰਨ ਨਾਲ? ਉੱਤੇ ਜਾਵਾਂਗੇ ਤੇ ਪਤਾ ਲੱਗੇਗਾ ਕੀ ਰੱਬ ਦੇ ਦਿੱਤੀ ਹੈ। ਅੱਛਾ, ਤੇ ਇਹ ਪਤਾ ਹੀ ਕੋਈ ਨਹੀਂ ਤੇ ਕਿਹੜੀ ਲੋੜ ਹੈ ਫਿਰ ਸਲਾਮ अलैकुम ਐਡਾ ਲੰਮਾ ਚੌੜਾ ਕਰਨ ਦੀ? इंसानी हमदर्दी है, इंसानों से मोहब्बत है, प्यार है, उसका इज़हार करते हैं। ਹਾਂ, ਸੁਬਹ ਬਖੈਰ ਤੇ ਗੁੱਡ ਮਾਰਨਿੰਗ, ਇਹ ਵੀ ਹਮਦਰਦੀ ਦੇ ਵਾਸਤੇ ਬੰਦੇ ਕਹਿੰਦੇ ਨੇ। ਸੁਣਾਓ। ਸਾਦੇ मोहतरम मैं एक गल करना चाह रहा था। मलिक साहब आए ने, चलो माजरत अगर जे तुहाडी गल कट्टीए ते मलिक साहब आए ने, तो मैं एक गल करना चाह रहा था। जे अगर इजाजत होवे तो मलिक साहब को मैं पूछ सकना? ਪੁੱਛੋ ਪੁੱਛੋ ਪੁੱਛੋ, ਬਸ ਸਖਤ ਲਫ਼ਜ਼ ਕੋਈ ਨਹੀਂ ਬੋਲਣਾ, ਕਿਸੇ ਕਿਸਮ ਦੀ नहीं नहीं ਜਾਤੀ नहीं, ਜ਼ੁਲਮ अल्लाह माफ ਬਰਦਾਸ਼ਤ करे जी। नहीं मैं होगी। उस्ताद जी तुहानू पता कि मेरे जे ते सख्त लफ्ज़ है ही कोई ना, बिल्कुल ही। जी अच्छा मलिक साहब की हाल चाल? ठीक हो? खैरियत? तो ठीक है, और थोड़े नाल गल करन ले हुण अल्लाह तो अल्लाह खैर करे इंशाअल्लाह। चलो अल्लाह खैर ही करेगा जी। देखो जी ये ते ਅੱਗੇ ਤਾਂ ਠੀਕ ਹੀ ਸਾ, ਅੱਗੇ ਤਾਂ ਠੀਕ ਹੀ ਸਾ, ਹੁਣ ਅੱਗੋਂ ਅੱਲਾ ਖੈਰ ਹੀ ਕਰੇ। अल्लाह खैर ही करेगा। चूहा सैदन शाह होंदे ते फिर ते मालिक ने बहुत ही खैर कर देनी सी। अच्छा मलिक साहब, एक बंदा अपना जी प्याज दे मैं सारे सैदन शाह चो फिर आया, सारे सैदन शाह चो मैं लोकां दी खैरां वेख के इत्थे बैठा, ते जिथे कोई खैर जी बिल्कुल होए ते मेरे नाल कर ले दाता, मैं उत्थे भी खैर लैन आ जाऊंगा, बेफिक्र हो जाओ। जरूर 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 आ जाओ इटली, आ जाओ, कोई मसला नहीं है। मैं इटली होना जे तो ਤੁਹਾਡੇ ਦਿਲ ਕਰ। एक महीना पहले उत्थे हो के आया, शादी कर के आया, उत्थे केड़ी खैर? माशाल्लाह 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 माशाल्लाह। मलकान करके आए हो जी? मलकान की थी शादी? मैं क्या नहीं 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 नहीं, मैं उस दिन बड़े मुसलमान हैं, सरकारी मुसलमान हैं, सुन्नत जमात उन्हें ਉਹ ਸ਼ੋਰ अच्छा, ਕਿੱਥੋਂ ਆ ਰਿਹਾ अच्छा, ਇੰਨਾ ਜ਼ਿਆਦਾ? ਇਹ ਸ਼ੋਰ ਕਿਤੇ ਮਾਈਕ ਚੋਂ ਆ ਰਿਹਾ? ਅਲੀ ਜੇ ਤੇਰਾ ਮਾਈਕ ਖੁੱਲੇ ਤਾਂ ਬਿਆਨ ਮੂਟ ਕਰ। अच्छा उस्ताद मलिक साहब अपना मलिक साहब राती अपना किदा नाम ना ਮੇਰਾ ਮਾਈਕ ਬੰਦ ਹੈ, ਮੂਸਾ ਭਾਈ ਦੇ ਪਿੱਛੇ ਸ਼ੋਰ ਹੋਣਾ ਹੈ ਕਿਉਂਕਿ ਕੰਮ ਤੇ ਹੋਣੇ ਨਾ, ਮੇਰੇ ਨਹੀਂ ਮਾਈਕ ਤੇ ਸ਼ੋਰ ਆ ਰਿਹਾ। ਠੀਕ ਹੈ ਠੀਕ ਠੀਕ। अच्छा बहुत शुक्रिया। अच्छा मलिक साहब राती ਤੁਸੀਂ ਗੁਫ਼ਤਗੂ ਸੁਣ ਰਹੇ ਸੀ ਆਪਣਾ ਇਮਰਾਨ ਕਾਲੂ ਦੀ ਆਪਣੇ ਕੋਲ ਬਿਠਾ ਕੇ ਨਾ, ਤੇ ਬੜੇ ਸ਼ਿੱਦਤ ਨਾਲ ਆਪਣਾ ਨਾਲ ਤੁਸੀਂ ਨਾਅਰੇ ਲਾ ਰਹੇ ਸੀ, ਤੇ ਬੜੀ ਅੱਛੀ ਗੁਫ਼ਤਗੂ ਤੇ ਬੜਾ ਅੱਛਾ ਲਹਿਜਾ ਸੀ ਤੁਹਾਡਾ। ਮੈਂ ਉਹਦੇ ਬਾਰੇ ਪੁੱਛਣਾ ਚਾਹ ਰਿਹਾ ਸਾਂ ਕਿ ਵਾਕਈ ਹੀ ਤੁਸੀਂ ਇਸ ਗੱਲ ਤੇ ਯਕੀਨ ਰੱਖਦੇ ਹੋ ਕਿ ਅਲ ਤਸ਼ੀਆਂ 'ਚ ਜਨਾਬ ਮੁੱਤਾ ਜਾਇਜ਼ ਹੈ ਤੇ ਫਲਾਣਾ ਤੇ ਢਿੰਗੜਾ ਤੇ ਇਹ ਉਹ ਇਹ ਚੀਜ਼ਾਂ ਤੁਸੀਂ ਸਮਝਦੇ ਹੋ? ਵਾਕਈ ਗੱਲ ਸੱਚੀ ਹੈ? देखो ये ते मैं नहीं कर सकता, ये हले खुद तशी आके अगर वो वजाहत देना चाहन, मैं किसी को नहीं चुकांदा। मेरी बराड़ ते आके अपने अकीदे दी वजाहत दे सकते कि जेड़ा कालू ने बयान कीता वो गलत है, असि ये नहीं उन्हां दा हक है। मैं नहीं कह रहा, मैं ना मैं कह सकना। हाँ वो अगर खुद ऑन करनगे फिर मैं मनांगा, हाँ उन्हां दा हक है। ठीक है। नहीं राती ਤੁਸੀਂ ਕਹਿ ਰਹੇ ਸੀ ਨਾ ਕਿ ਵਾਕਈ ਕਰਦੇ ਨੇ, ਤੇ ਜੇ ਅਗਰ ਇੱਕ ਹੋਵੇ ਤੇ ਕਿੰਨੀਆਂ ਹੋਣ ਤੇ ਕੀ ਹੋਵੇ ਤੇ ਕਿੰਨੀਆਂ ਹੋਣ। सुन ले अल्फाजों से मत खेला करो सरकारियों। आप पूरी रिकॉर्डिंग में ये बता दे कि मैंने कहा हाँ वो इसी तरह करते हैं, तो चोर की सजा इधर मेरी सजा मैं लेने के लिए तैयार हूँ। मैंने तो हर सवाल से उनसे पूछा है कि क्या वो ऐसी तरह करते हैं, वो ऐसे करते हैं, वो इस तरह करते हैं, मैंने पूछे हैं। मैंने अपनी तरफ से एक बार पूरी ऑडियो में दिखा दी, मैंने कहा वो इस तरह करते हैं, दिखा दे। अच्छा चलो वो एल तशियां दी अगर 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 मलिक साहब सुन लो, मलिक साहब सुन लो, इजाजत दे दियो। सुनूंगा मलिक साहब इजाजत दे दियो, सुनोगे मैं भी सुनाऊंगा।
झूठ बोला है अच्छा या चलो उसकी दलील सॉरी मुझे दे मैं या माजर मुझसे माजरत करे। सर मैं माजरत कर लेना ਤੁਹਾਡੇ ਨਾਲ ओके वेरी माजरत कर लेना बहुत शुक्रिया। ਅੱਛਾ ਐਲ ਤਸ਼ੀਆਂ ਦੀ ਬੁੱਕ ਕੱਢ ਕੇ ਪੜ੍ਹਨਾ ਜਾਂ ਕਰਨਾ ਇਹੋ ਜੀ ਗੱਲ ਕਰਨਾ ਜ਼ਾਹਿਰੀ ਬਾਤ ਹੈ। ਐਲ ਤਸ਼ੀਆਂ ਤੇ ਇਲਜ਼ਾਮ ਲਾਣਾ ਤੇ ਫਿਰ ਤੇ ਚਲੋ ਠੀਕ ਹੈ ਤੁਹਾਡੇ ਨਜ਼ਦੀਕ ਜਾਂ ਇਮਰਾਨ ਕਾਲੂ ਦੇ ਨਜ਼ਦੀਕ, ਤੇ ਜੇ ਐਲ ਤਸ਼ੀਆਂ ਨੂੰ ਬੱਚੀ ਦਿੱਤੀ ਜਾਵੇ, ਧੀ ਦਿੱਤੀ ਜਾਵੇ ਤੇ ਪੈਸੇ ਲਿੱਤੇ ਜਾਣ ਤੇ ਫਿਰ ਉਹ ਤੇ ਇੱਕ ਤੇ ਮੈਂ ਤਾਂ ਕਹਿੰਦਾ ਫਿਰ ਹੱਥੀ ਮੁੱਤਾ ਕਰਵਾਇਆ ਉਹਨਾਂ ਨੇ। ਇਹ ਤੁਸੀਂ ਸਮਝਦੇ ਇਸ ਚੀਜ਼ ਨੂੰ? करवाया है जब मुझे नहीं पता पैसे दें जो करें मुझे नहीं पता, लेकिन अच्छा। अहले किताब के घर मेरा ये दावा है, अहले किताब कुरान के अहले किताब जो हैं उनके घर शादी करना ऐन इस्लाम के मुताबिक। ਨਹੀਂ ਕਿਤਾਬ ਜਿਨ੍ਹਾਂ ਦੀ ਪੜ੍ਹੀ ਗਈ ਹੈ, ਕਿਤਾਬ ਮਲਕ ਸਾਹਿਬ ਜਿਨ੍ਹਾਂ ਦੀ ਪੜ੍ਹੀ ਗਈ ਹੈ ਉਹ ਤੇ ਅਲ ਤਸ਼ੀਆਂ ਦੀ ਪੜ੍ਹੀ ਗਈ ਹੈ ਨਾ। और यार उनसे पूछो मैं क्या कर जिधर पढ़ी गई है मैंने ਮਲਕ ये कहा है ਸਾਹਿਬ कि ਬਰੋੜ अगर ਤੁਹਾਡੀ सुने- ਬਰੋੜ सुने- ਤੁਹਾਡੀ सुने- ਡੇਰਾ ਤੁਹਾਡਾ ਸੁਣ ਲਵੋ यार, ਸੁਣ ਲਵੋ सुन लो ਸੁਣ लेना। ਲਵੋ ਸੁਣ ਲਵੋ ਸਵਾਲ ਸੁਣ ਲਓ ਨਾ ਪੂਰਾ, ਫਿਰ ਕੋਈ ਜਵਾਬ ਦਿੰਦੇ ਰਿਹਾ ਜੇ ਦਲੀਲਾਂ ਜਿੰਨੀਆਂ ਮਰਜ਼ੀ ਤੇ ਆ ਜੇ ਕੋਈ ਟੈਨਸ਼ਨ ਨਹੀਂ ਹੈ। ਮਗਰ ਗੱਲ ਕਹਿਣ ਦਾ ਮਕਸਦ ਸਿਰਫ ਇਹਨਾਂ ਹੈ ਕਿ ਇੱਕ ਕਿਤਾਬ ਪੜ੍ਹੀ ਗਈ ਤੁਹਾਡੇ ਬਰੋੜ ਦੇ ਉੱਤੇ, ਤੁਹਾਡੇ ਡੇਰੇ ਦੇ ਉੱਤੇ, ਸਾਡੀ ਬਰੋੜ ਦੇ ਉੱਤੇ, ਸਾਡੇ ਡੇਰੇ ਦੇ ਉੱਤੇ ਅਗਰ ਕਿਤਾਬ ਕੋ ਪੜ੍ਹੀ ਜਾਏ ਤਾਂ ਜ਼ਾਹਿਰੀ ਬਾਤ ਹੈ ਕਿ ਅਮਨ ਨਜ਼ੀਰ ਸਾਹਿਬ ਬੈਠੇ ਨੇ, ਉਸਤਾਦ ਮੁਹਤਰਮ ਬੈਠੇ ਨੇ, ਤੇ ਅਗਰ ਕੋਈ ਕਿਤਾਬ ਪੜ੍ਹਾਂਗੇ ਤਾਂ ਫੈਸਲਾ ਤੇ ਇਹੀ ਕਰਨਗੇ ਨਾ, ਜਾਂ ਸਾਡੇ ਜੋ ਕੋ ਪੜ੍ਹੇਗਾ ਤੇ ਫੈਸਲਾ ਤੇ ਇਹਨਾਂ ਨੇ ਕਰਨਾ ਨਾ ਕਿ ਭਾਈ ਤੂੰ ਗਲਤ ਪੜ੍ਹੀ ਜਾਂ ਸਹੀ ਪੜ੍ਹੀ ਹੈ। ਤੇ ਤੁਹਾਡਾ ਕੰਮ ਬਣਦਾ ਸੀ ਕਿ ਅਗਰ ਤੁਸੀਂ ਅਲ ਤਸ਼ੀਆਂ ਦੀ ਕਿਤਾਬ ਪੜ੍ਹਨਦੇ ਹੋ ਤੇ ਤੁਹਾਡੇ ਮਿਰਜ਼ਾ ਸਾਹਿਬ ਨੇ ਜਿਹੜੀਆਂ ਬੱਚੀਆਂ ਦਿੱਤੀਆਂ ਸੀ ਅਲ ਤਸ਼ੀਆਂ ਵਾਲ, ਉਹਨਾਂ ਨੇ ਹੱਥੀਂ ਮੁੱਤਾ ਕਰਵਾਇਆ ਸੀ ਪੈਸੇ ਦੇ ਕੇ। सुन ले देखियो हर जी। नबी ने अपनी ਹਰ ਨਬੀ ਤੇ ਨਾ ਜਾਓ ਮਲਕ ਸਾਹਿਬ, ਹਰ ਨਬੀ ਤੇ ਨਾ ਜਾਓ, ਮੈਂ ਤੁਹਾਡੇ ਮਿਰਜ਼ਾ ਸਾਹਿਬ ਦੀ ਗੱਲ ਕਰਨ ਲਿਆ ਵਾਂ। चलो ना ਮੈਂ ਕਹਿੰਦਾ ਮਲਕ ਸਾਹਿਬ ਮੈਂ ਤੁਹਾਡੇ ਮਿਰਜ਼ੇ ਦੀ ਗੱਲ ਕਰਨ ਲਿਆ ਵਾਂ। ਦੋ ਲੱਕੜੀਆਂ ਦੋ ਕਾਨੇ, ਮੈਂ ਆਪਣਾ ਹੀ ਕੰਮ ਕਰਨਾ ਪਿਆ ਨਾ, ਮੈਂ ਆਪਣਾ ਹੀ ਕੰਮ ਕਰਨਾ ਪਿਆ ਵਾਂ, तू खरीद ले ਮੈਂ ਆਪਣਾ ਹੀ ਕੰਮ ਕਰਨਾ ਪਿਆ, ਤੁਹਾਡਾ ਕੰਮ ਨਹੀਂ ਕਰਦਾ मैं नबियां नु मुल ले लिया है मेरे ਮਲਕ नबी ਸਾਹਿਬ ਮੈਂ ਆਪਣੀ ਗੱਲ ਕਰ ਰਿਹਾ ਵਾਂ, ਤੁਹਾਡੀ ਗੱਲ ਨਹੀਂ ਕਰ ਰਿਹਾ। मुसलमानों के नबी नहीं ਉਸ है ਮਿਰਜ਼ੇ ਨੇ ਆਪਣੀਆਂ ਧੀਆਂ ਜਿਹੜੀਆਂ ਸ਼ੀਆਂ ਵਿਆਹੀਆਂ ਸਨ ਨਾ, ਉਹਨੇ ਹੱਥੀਂ ਮੁੱਤਾ ਕਰਵਾਇਆ ਸੀ ਪੈਸੇ ਲੈ ਕੇ भाई हुन बस ਉਸ करो ਮਿਰਜ਼ੇ ਨੇ। बस करो और जाहिल अकबर बस तमीज करो, सिखाई, तुम्हारे बस बाप करो। ने तमीज नहीं सिखाई। बस करो। ਤੁਹਾਡੇ ਮਿਰਜ਼ੇ ਨੇ ਤੁਹਾਨੂੰ ਤਾਲੀਮ ਸਿਖਾਈ ਜਿਹੜੀ ਹੈ ਨਾ, ਸਾਨੂੰ ਪਤਾ ਹੈ। सारे नबियों की तालीम है ये जो तुम लोग ਤੁਹਾਡੇ ਜਿਹੜੇ ਮਿਰਜ਼ੇ ਨੇ ਤੁਹਾਨੂੰ ਤਾਲੀਮ ਸਿਖਾਈ ਹੈ ਨਾ, ਸਾਨੂੰ ਪਤਾ ਹੈ। ठगियां ये नबियों की ਉਸ तालीम है। ਖੰਜ਼ੀਰ ਨੇ ਜਿਹੜੀ ਆਪਣਾ ਜਮਾਤ ਤੇਰੀ ਭੈਣ ਦੇ, ਮੈਂ ਹੁਣ ਉਹ ਤੇਰੀ ਧੀ ਨੂੰ 14 ਓ ਕੰਡੂ ਦੇ ਪੁੱਤਰਾ ਭੈਣ ਤੇ ਲੰਨਾ ਘੋੜਿਆ ਹੋ ਗਈ। ਇਹ ਪਤਾ ਲੱਗ। ਚਲੋ ਬਸ ਕਰੋ, ਕੀ ਹੋ ਗਿਆ ਤੇ ਪਾਵਰ ਪਲੇ ਚਲਾ ਰਿਹਾ ਮਲਕ ਸਾਹਿਬ, ਤੁਸੀਂ ਵੀ ਸ਼ੁਰੂ ਹੋ ਗਏ ਹੋ ਤੇ ਆਪਣਾ ਮੁਸਾਫਾ ਨਾ ਕਰੋ। ਮਲਕ ਸਾਹਿਬ ਉਹ ਮਲਕ ਸਾਹਿਬ ਵੇਟ ਕਰੋ ਜ਼ਰਾ ਇੱਕ ਮਿੰਟ ਯਾਰ, ਕੀ ਕਰਦੇ ਹੋ ਤੁਸੀਂ ਵੀ ਛੋਟਿਆਂ ਨਾਲ ਬਹਿਸ ਕਰਨ ਆ ਪੈਂਦੇ ਹੋ। अमर भाई किधर गए हो आप हर अमर भाई है वो या कोई नहीं यार, मैं जाना 5 मिनट सामान लेके खोल देते हो आपने खुद। नहीं आइंदा लफ्ज ना ਤੁਸੀਂ ਯੂਜ਼ ਕਰੋ, ਖੋਲ ਦਿੰਦੇ ਹੋ ਵੇਖੋ ਨਾ ਉਹ ਚੁੱਪ ਹੋ ਗਏ। ਮੇਰੇ ਮੋਬਾਈਲ वो मेरे नबी ਜੇਬ ਵਿੱਚ ਮੈਂ ਮੋਬਾਈਲ ਪਾਇਆ ਹੈ, ਮੈਂ ਜੇਬ ਵਿੱਚ ਮੋਬਾਈਲ ਪਾਇਆ ਹੈ ਤੇ ਦੋਵੇਂ ਹੱਥਾਂ 'ਚ ਮੇਰੇ ਦਸਤਾਨੇ ਸਨ, ਤੇ ਜੇ ਮੈਂ ਉਹ ਕੱਢਦਿਆਂ ਫੋਨ ਕੱਢਣ ਤਾਈਂ ਅਲੀ ਤੂੰ ਨਾ ਆਉਂਦਾ ਤੇ ਇਹ ਤਾਂ ਕੰਮ ਸ਼ੁਰੂ ਹੋ ਗਿਆ। ਕੋਈ 10-15 ਮਿੰਟ ਤੇ ਬੰਦੇ ਨੂੰ ਗੱਲ ਵੇਖ ਕਰ ਲਓ ਲੈਣੀ ਮੈਂ ਚਾਹੀਦੀ ਕੈਮਰਾ ਹੈ। ਆਨ ਕਰਕੇ ਬਾਹਰ ਮੈਂ ਚੱਲਾ ਹਜੇ ਤੇ ਸਿਰਫ ਮੈਂ ਤਾਂ ਹੀ ਰੁਕੀ ਹਾਂ, ਸਿਰਫ ਬਿਲਕੁਲ ਸਮਾਨ ਦੇ ਉੱਤੇ ਦੇਣ ਚੱਲਾਂ, ਪਤਾ ਉੱਤਰ ਮੰਜ਼ਲ ਦੇਣ ਜਾਈਦਾ। 10-15 ਮਿੰਟ ਤੇ ਗੱਲ ਆਰਾਮ ਨਾਲ ਯਾਰ ਕਰ ਲੈਣੀ ਚਾਹੀਦੀ ਹੈ ਨਾ, ਇਹ ਕੋਈ 5 ਮਿੰਟ ਵੀ ਗੱਲ ਨਾ ਹੋਵੇ ਤੇ ਪਾਵਰ ਪਲੇ ਸ਼ੁਰੂ ਹੋ ਜਾਏ ਤੇ ਬੰਦੇ ਤੇ ਅੱਗੇ ਹੀ ਜਾਂਦੇ ਨੇ, ਦੂਰੋਂ ਬਰਾਡਾਂ ਤੱਕਦੇ ਨੇ ਨਾ, ਲੂਣੋਂ ਬਾਹਰ ਖਲੋ ਕੇ ਆਂਦੇ ਨੇ ਮਲਕ ਸਾਹਿਬ ਆ ਗਏ ਨੇ ਇੱਥੇ, ਫਲਾਣਾ ਨਜ਼ਰੀ ਪਿਆ ਆਮਦਾ ਲੈ ਵੀ ਇੱਥੇ ਪਾਵਰ ਪਲੇ ਚੱਲਣ ਲੱਗਾ। ਨਹੀਂ, ਇਹਦੀ ਕੋਈ ਜ਼ਰੂਰਤ ਨਹੀਂ, ਦਲੀਲ ਨਾਲ ਗੱਲਬਾਤ ਕਰੋ, ਸੁਣੋ। ਤੇ ਮਲਕ ਸਾਹਿਬ अमर भाई मैं ना छोटी माजरत मैं छोटी ਜਿਹੀ ਗੱਲ ਕਰਨਾ ਚਾਹਨਾ ਕਿ ਮੁਤਾ ਦੇ ਉੱਤੇ ਗੱਲ ਹੋ ਰਹੀ ਸੀ। ਮੁਤਾ ਕਹਿੰਦੇ ਨੇ, ਨਿਕਾਹ ਮੁਤਾ ਦੇ ਉੱਤੇ ਮਿਰਜ਼ਾ ਸਾਹਿਬ ਨੇ ਵੀ ਬੜੀ ਉਹਦੀ ਤਮੀਦ ਬੰਨੀ ਹੈ ਔਰ ਬਕਾਇਦਾ ਤੌਰ ਦੇ ਉੱਤੇ ਮਿਰਜ਼ਾ ਸਾਹਿਬ ਨੇ ਜਿਹੜੇ ਪੈਸੇ ਲਏ ਸਨ ਔਰ 2 ਸਾਲ ਇੱਕ ਮੁੱਦਤ ਮੁਕਰਰ ਕੀਤੀ ਗਈ ਸੀ। ਸਿਰਫ ਇਹਦੇ ਉੱਤੇ ਮੈਨੂੰ ਜਵਾਬ ਲੈ ਦਿਓ ਕਿ 2 ਸਾਲ ਦੀ ਮੁੱਦਤ ਕਿਉਂ ਮੁਕਰਰ ਕੀਤੀ ਗਈ ਸੀ? ਬੇਸ਼ੱਕ ਉਹ ਫਿਰ ਬਾਅਦ ਚ ਦਾਇਮੀ ਹੈ, ਬਾਗ ਦੀ ਆਮਦਨ 2 ਸਾਲ ਦੀ ਮੁੱਦਤ ਮੁਕਰਰ, ਬਾਗ ਦੀ ਆਮਦਨ ਦੀ ਨਹੀਂ, ਉਹ ਤੇ ਹੱਕ ਮਹਿਰ ਦੇ ਤੌਰ ਤੇ ਮਿਰਜ਼ਾ ਸਾਹਿਬ ਨੇ ਮੰਗਿਆ ਨਾ। ਹੱਕ ਮਹਿਰ 2 ਸਾਲ ਦੀ ਆਮਦਨ
आमिर ਮਲਕ ਸਾਹਿਬ ਮੈਂ साहब ਦਿਆਂ ਦਾ ਜਵਾਬ ਜੇ ਗਲਤ ਹੋਈ ਤੇ ਫਿਰ ਤੁਸੀਂ ਦੱਸਿਓ ਵੀ ਮੈਂ ਗਲਤ। जी ਮਿਰਜ਼ਾ ਸਾਹਿਬ ਨੇ ਮੁਬਾਰਕਾ ਬੇਗਮ ਦਾ ਨਿਕਾਹ ਕੀਤਾ ਹੈ ਨਵਾਬ ਮੁਹੰਮਦ ਅਲੀ ਖਾਨ ਆਫ ਮਾਲੇਰਕੋਟਲਾ ਨਾਲ। 2 ਸਾਲ ਦੀ ਜਿਹੜੀ ਉਹਦੀ ਕੋਲੋਂ ਜਾਗੀਰ ਦੀ ਆਮਦਨ ਹੈ ਉਹ ਮਿਰਜ਼ਾ ਸਾਹਿਬ ਨੇ ਲਿਖਵਾਈ ਹੈ, ਇਹ ਗੱਲ ਠੀਕ, ਲੇਕਿਨ ਬਤੌਰ ਹੱਕ ਮਹਿਰ ਲਿਖਵਾਈ ਹੈ। ਆਮਿਰ ਭਾਈ ਚਲੋ ਹੁਣ ਤੁਹਾਡੇ ਕੋਲ ਹਿਸਾਬ ਹੈ, ਮੁਬਾਰਕਾ ਬੇਗਮ ਕਿਸੇ ਅਹਲੇ ਤਸ਼ਰੀਹ ਨੂੰ ਦੇ ਕੇ ਤੇ ਮਿਰਜ਼ਾ ਸਾਹਿਬ ਨੇ 2 ਸਾਲ ਦਾ ਹੱਕ ਮਹਿਰ ਮੰਗਿਆ। ਮਿਰਜ਼ਾ ਸਾਹਿਬ ਨੂੰ ਇਖਤਿਆਰ ਕਿਹਨੇ ਦਿੱਤਾ ਕਿ ਉਹ ਹੱਕ ਮਹਿਰ ਮੰਗਣ? ਹੱਕ ਮਹਿਰ ਤੇ ਔਰਤ ਮੰਗੇਗੀ। ਆਮ ਤੌਰ ਤੇ ਔਰਤ ਦਾ ਹੀ ਹੱਕ ਹੈ ਤੇ ਔਰਤ ਨਹੀਂ ਮੰਗਣਾ ਹੁੰਦਾ ਹੈ, ਲੇਕਿਨ ਕਿਉਂਕਿ ਮਿਰਜ਼ਾ ਸਾਹਿਬ ਦੀ ਉਹ ਬੇਟੀ ਸੀ ਤੇ ਮਿਰਜ਼ਾ ਸਾਹਿਬ ਉਹਦੇ ਵਲੀ ਸਨ ਤੇ ਵੈਸੇ ਵੀ ਉਹ ਕੁਵਾਰੀ ਸੀ, ਛੋਟੀ ਸੀ, ਉਹ ਤੇ ਖੁਦ ਇਹ ਫੈਸਲਾ ਨਹੀਂ ਸੀ ਕਰ ਸਕਦੀ ਨਾ, ਉਹਦੀ ਤੇ ਮੇਰੇ ਖਿਆਲ ਉਮਰ 15-16 ਸਾਲ ਹੋਣੀ। ਉਹ ਜ਼ਾਹਿਰ ਹੈ ਕਿ ਮਿਰਜ਼ਾ ਸਾਹਿਬ ਹੀ ਉਹਦੀ ਤਰਫੋਂ ਜਿਸ ਤਰ੍ਹਾਂ ਵਲੀ ਜਾਂ ਕਫੀਲ ਹੁੰਦਾ ਤੁਹਾਡਾ, ਉਹਨੇ ਜੋ ਫੈਸਲਾ ਕਰਨਾ ਉਹਨੇ ਕਰਨਾ। ਮਿਰਜ਼ਾ ਸਾਹਿਬ ਨੇ ਆਪਣੇ ਜਿਹੜੇ ਮੁੰਡੇ ਵਿਆਹੇ ਨੇ ਉਹਨਾਂ ਵਾਸਤੇ ਇੰਨੇ ਪੈਸੇ ਦਿੱਤੇ ਸਨ? नहीं एक अपने बात मुंडे दा बताएं आमिर साहब जी बिल्कुल इन्हें तो ये बात तो इनकी ये चाहिए थी इनको करने के लिए कि मुत्ता कि मुत्ता गलत है, हम नहीं मानते, झूठ है, दज्जल है, बेईमानी है, ये इनका हक है ना अपना मौक़िफ़ बयान करना। ये उसके सफाई के बजाय ये कहना शुरू हो गए हैं जो आप कहते हो कि उन्हें चोरी की थी तो मैं कर लिए तो फिर भी फलाना भी चोरी करता थी, फलाना भी चोरी करती। ये मिसालें देने की नाकाम कोशिशें कर रहे हैं, ये बात नहीं होती भाई। आपको मैं दावत देता हूँ, अगर आप समझते हो उन्होंने झूठ, दज्जल और बेईमानी की है तो मैं आपको दावत देता हूँ आप मेरी बरात पर आएँ और बताएं अपने अकीदे जो आपका असली और कहें कि ये झूठ है, दज्जल है। मैं आपको हक देता हूँ, आपका राइट है, मैं इंसान हूँ, हैवान नहीं हूँ, आपको राइट है ना। मैं ये कहता हूँ आपकी हैं क्योंकि मुझे तो पता ही नहीं, मैं तो उल्टा उनसे सवाल करता रहूँ किताब पढ़ते। मैंने कहा किताब किसकी है? उन्होंने कहा शियों की है। मैंने कहा ये इस तरह है? उन्होंने कहा हाँ है। अगर आप समझते हैं झूठ है, दज्जल है, बेईमानी है, मैं आपको अपना प्लेटफॉर्म दे रहा हूँ, आपको कह रहा हूँ कि आप आएँ और वजाहत करें कि ये गलत है, ठीक है, ये किताब हमारी नहीं है, ये अकीदे हमारे नहीं है, दज्जल है, झूठ है, बेईमानी, ये आपका हक है और मैं आपको हक दे रहा हूँ। अगर मेरा प्लेटफॉर्म लेना चाहें तो जज़ाकल्लाह। ठीक है, वैसे भी ये कोई ऐसी गल नहीं है। अगर कोई बंदा, पहली तो गल है कि नबी पाक ने निकाह मुता आपने मना कर दिता है और वो निकाह मुता अहले सुन्नत के दरम्यान तो हुंदा नहीं। अहले तशय्यो अगर उन्होंने जायज़ समझते हैं तो अगर वो जायज़ समझते हैं तो ਉਹਦੇ ਉੱਤੇ हाँ हाशिया राई को बंदा करे या ਉਹਦੇ ਵਿੱਚ गालम गलोच करे तो फिर वो ज़्यादती है। तो जे वो समझते हैं जायज़ तो उन्होंने ਹੁਣ करना चाहिए, भी इसे जायज़ समझ ਇਹ ਕਿਹੜੀ ਲੜਨ ਵਾਲੀ ਗੱਲ। ਉਸਤਾਦ मोहतरम ਚੀਜ਼ ਤੇ ਮੈਨੂੰ ਇਸ ਚੀਜ਼ ਤੇ ਗਿਲਾ ਨਹੀਂ ਮਲਕ ਸਾਹਿਬ ਦੀ ਗੱਲ ਤੇ ਕਿ ਇਹਨਾਂ ਨੇ ਕਿਹੜੀ ਗੱਲ ਕੀਤੀ, ਮੈਨੂੰ ਇਸ ਚੀਜ਼ ਤੇ ਗਿਲਾ ਕਿ ਜਿਹੜੀਆਂ ਇਹਨਾਂ ਨੇ ਰਾਤੀ ਇਤਨੀਆਂ ਨਾ ਗਲੀਜ਼ ਗੱਲਾਂ ਕੀਤੀਆਂ ਨੇ ਨਾ, ਮੈਨੂੰ ਉਸ ਚੀਜ਼ ਤੇ ਗਿਲਾ ਹੈ। ਉਹ ਹੀ ਮੈਂ ਕਹਿ ਰਿਹਾ ਹਾਸ਼ੀਆ ਰਾਈ ਗਾਲਮ ਗਲੋਚ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ, ਉਹ ਨਹੀਂ ਕਰਨਾ ਚਾਹੀਦਾ। ਅਗਰ ਉਹ ਕਰਦਾ ਕੋਈ ਬੰਦਾ ਉਹ ਜ਼ਿਆਦਤੀ ਪਿਆ ਕਰਦਾ ਤੇ ਬਾਕੀ ਜੇ ਕੋਈ ਬੰਦਾ ਕਿਸੇ ਦਾ ਕਿਤਾਬ ਪਿਆ ਪੜ੍ਹਦਾ ਹੈ ਉਹਦੇ 'ਚ ਕੋਈ ਸਹੀ ਗੱਲ ਪਿਆ ਪੜ੍ਹ ਕੇ ਸੁਣਾਉਂਦਾ ਆਪਣੇ ਬੰਦੇ ਨੂੰ ਸੁਣਾਏ 101 ਵਾਰੀ ਸੁਣਾਏ, ਅਹਿਲੇ ਤਸ਼ਯ्युद ਦੀ ਪੜ੍ਹ ਕੇ ਸੁਣਾਏ, ਅਹਿਲੇ ਸੁन्नत ਦੀ ਪੜ੍ਹ ਕੇ ਸੁਣਾਏ। ਵਾਲੇਕੁਮ ਸਲਾਮ। ਮਲਕ ਸਾਹਿਬ ਦੀ ਗੱਲ 'ਚੋਂ ਇੱਕ ਗੱਲ ਨਿਕਲੀ ਏ ਔਰ ਬੜੀ ਕੀਮਤੀ ਗੱਲ ਨਿਕਲੀ ਏ ਕਿ ਜਨਾਬ ਹਜੇ ਹੁਣ ਮਿਰਜ਼ਾ ਸਾਹਿਬ ਮੁਤੇ ਦੀ ਗੱਲ ਮਿਰਜ਼ਾ ਸਾਹਿਬ ਤੇ ਜਦੋਂ ਆਈ ਏ ਤੇ ਉਹ ਜਨਾਬ ਕਹਿੰਦੇ ਨੇ ਪਏ ਕਿ ਤੁਸੀਂ ਆਪਣੇ ਮੁਤੇ ਦਾ ਜਵਾਬ ਦਿਓ ਤੇ ਇਹ ਕੀ ਤਰੀਕਾ ਹੈ ਕਿ ਤੁਸੀਂ ਮਿਰਜ਼ਾ ਸਾਹਿਬ ਦੇ ਉੱਤੇ ਆ ਗਏ ਹੋ। ਤੇ ਗੱਲ ਹੈ ਵੇ ਕਿ ਇਹੋ ਹੀ ਅਸੂਲ ਜਿਹੜਾ ਮਲਕ ਸਾਹਿਬ ਹੈ ਆਪਣੇ ਵਾਸਤੇ ਵੀ ਰੱਖਿਆ ਕਰੋ ਨਾ। ਜਦੋਂ ਅਸੀਂ ਮਿਰਜ਼ਾ ਕਾਦੀਆਨੀ ਦੀ ਗੱਲ ਕਰੀਏ ਤੇ ਫਿਰ ਤੁਸੀਂ ਨਾ ਆਇਆ ਕਰੋ, ਦੂਜੇ ਨਬੀਆਂ ਦੇ ਉੱਤੇ ਨਾ ਆਇਆ ਕਰੋ ਤੇ ਹੋਰ ਇੱਧਰ ਉੱਧਰ ਮੌਲਵੀਆਂ ਦੇ ਉੱਤੇ, ਦੀਗਰ ਫਿਰਕਿਆਂ ਦੇ ਉੱਤੇ ਤੇ ਨਾ ਆਇਆ ਕਰੋ। ਤੇ ਕਾਨੂੰਨ ਸਭ ਵਾਸਤੇ ਬਰਾਬਰ ਰੱਖੋ ਨਾ। ਇਹ ਤੇ ਨਹੀਂ ਕਿ ਤੁਸੀਂ ਹੁਣ ਆਪਣੇ ਵਾਸਤੇ ਕਾਨੂੰਨ ਕੋਈ ਅਲੱਗ ਬਣਾ ਲਓ ਤੇ ਸਾਡੇ ਵਾਸਤੇ ਕਾਨੂੰਨ ਕੋਈ ਅਲੱਗ ਬਣਾ ਲਓ। ਤੇ ਮਲਕ ਸਾਹਿਬ ਤੋਰੀ ਗਏ ਨੇ, ਪਤਾ ਨਹੀਂ ਕੀ ਮਸਲਾ ਹੋਇਆ, ਲੱਗਦਾ ਇਹਨਾਂ ਨੂੰ ਕਾਨੂੰਨ ਬਰਦਾਸ਼ਤ ਨਹੀਂ ਹੋਇਆ ਜੀ। ਚਲੋ ਜੋਸਫ ਸਾਹਿਬ ਕਹਿੰਦੇ ਨੇ ਕੋਈ ਵੀਡੀਓ ਸੁਣਾਣੀ ਹੈ, ਕੋਈ ਵੀਡੀਓ ਬਸ ਆਮਿਰ ਭਾਈ ਸੈਟਿੰਗ ਹੀ ਕਰਨ ਡਿਆ ਵਾ ਉਹ ਵੀਡੀਓ ਅਸਲ ਦੇ ਵਿੱਚ ਪਤਾ ਨਹੀਂ ਕੀ ਮਸਲਾ ਹੈ, ਚੱਲਣ ਨਹੀਂ ਰਹੀ ਹੈ, ਸੈਟਿੰਗ ਹੀ ਕਰਨ ਡਿਆ। ਮੁਫਤੀ ਸਾਹਿਬ ਕੀ ਹਾਲ ਹੈ? ਠੀਕ ਹੋ? ਬਸ 2 ਮਿੰਟ ਹੋਰ ਦਵੋ। मूसा भाई अगर वो अपनी बराड़ दे उत्ते अपनी बराड़ दे उत्ते जाके जो भी वो जुल्म ज़्यादतियां करते ने, जिन्नी भी वो गालम गलोच करते ने, वो अपने मते टोया पे कटते हैं।
ਦਰਅਸਲ ਮਿਰਜ਼ਾਈ ਜਿਹੜੇ ਨੇ ਉਹ ਆਪਣੇ ਵਾਸਤੇ ਟੋਇਆ ਪੇ ਕੱਢਦੇ ਨੇ, ਕਿਉਂਕਿ ਉਹਨਾਂ ਨੂੰ ਇਹ ਸੂਟ ਨਹੀਂ ਕਰਦਾ। ਉਹ ਤੇ ਜਾਂਦੇ ਦੌਰ ਵਿੱਚ ਮੁਸਲਮਾਨਾਂ ਦਾ ਹਿੱਸਾ ਬਣਨਾ ਚਾਹੁੰਦੇ ਨੇ। ਉਹ ਤੇ ਰੋਜ਼ ਰੋਂਦੇ ਨੇ ਮੁਸਲਮਾਨਾਂ ਤੋਂ ਨਫ਼ਰਤ ਘਟਾਓ, ਸਾਨੂੰ ਕੋਈ ਨੇੜੇ ਲੱਗਣ ਦਿਓ। ਤੇ ਜੇ ਉਹ ਇਹੋ ਜਿਹੀ ਨਫ਼ਰਤ ਫੈਲਾਉਂਦੇ ਨੇ, ਗਾਲਮ ਗਲੋਚ ਪੇ ਕਰਦੇ ਨੇ ਮੁਸਲਮਾਨਾਂ ਨੂੰ, ਜਾਂ ਕਿਤਾਬਾਂ ਦੇ ਵਿੱਚੋਂ ਇਹੋ ਜਿਹੀਆਂ ਗਲਤ ਸਹੀ ਮਿਕਸ ਕਰਕੇ ਗੱਲਾਂ ਤੇ ਉਹ ਲੱਗੇ ਨੇ ਨਾ ਬੁਰਾ ਭਲਾ ਕਹਿਣ, ਤੇ ਉਹ ਆਪਣੇ ਵਾਸਤੇ ਟੋਇਆ ਪੇ ਕੱਢਦੇ ਨੇ। ਮੁਸਲਮਾਨ ਹੋਰ ਨਫ਼ਰਤ ਕਰਨ ਕਿ ਮਿਰਜ਼ਾਈਆਂ, ਉਹਨਾਂ ਨੂੰ ਕਰਨ ਦਿਓ। ਮੈਂ ਨਹੀਂ ਸਮਝਦਾ ਕਿ ਹੁਣ ਅਸੀਂ ਉਹਨਾਂ ਦੀ ਬੁਰਾੜ ਦੇ ਉੱਤੇ ਜਾ ਕੇ ਪਾਬੰਦੀ ਲਾ ਸਕਦੇ ਹਾਂ ਕਿ ਤੁਸੀਂ ਆਪਣੀ ਬੁਰਾੜ ਦੇ ਉੱਤੇ ਕਿਉਂ ਐ ਪੇ ਪੜ੍ਹਦੇ ਹੋ। ਉਹ ਅਹਿਲੇ ਸੁਨਨਤ ਦੀ, ਅਹਿਲੇ ਤਸ਼ੱਯੁ ਦੀ ਕਿਸੇ ਕਿਤਾਬ ਨੂੰ ਪੜ੍ਹਦੇ ਨੇ, ਉਹਦੇ ਤੇ ਹਾਸ਼ੀਆ ਰਾਈ ਕਰਦੇ ਨੇ, ਨੌਨਸੈਂਸ ਜੋ ਵੀ ਕਰਦੇ ਨੇ, ਉਹ ਆਪਣਾ ਹੀ ਬੇੜਾ ਪੇ ਗਰਕ ਕਰਦੇ ਨੇ, ਕਰਨ ਦਿਓ। ਹੈ ਉਹ ਹਾਸ਼ੀਆ ਰਾਈ ਤੇ ਉਹਦੇ ਤੇ ਉੱਤੇ ਗਾਲਮ ਗਲੋਚ ਅਗਰ ਉਹ ਕਰਦੇ ਨੇ ਤੇ ਹੈ ਉਹ ਜ਼ਿਆਦਤੀ ਹੈ, ਲੇਕਿਨ ਉਹ ਜ਼ਿਆਦਤੀ ਆਪਣੇ ਆਪ ਨਾਲ ਕਰਨ ਲੱਗੇ, ਕਿਉਂਕਿ ਆਲਰੇਡੀ ਮੁਸਲਮਾਨਾਂ ਦੇ ਦਿਲ 'ਚ ਜਿਹੜੀ ਨਫ਼ਰਤ ਪਾਈ ਜਾਂਦੀ ਹੈ। ਇਹ ਜਿਹੜਾ ਪੋਸਟਰ ਅਸਾਂ ਅੱਜ ਲਿਖ ਕੇ ਲਾਇਆ ਹੈ ਕਿ ਇੱਕ ਐਸੇ ਸ਼ਖਸ ਨੂੰ ਨਬੀ ਪਾਕ ਦਾ ਜ਼ਿਲ ਔਰ ਬਰੂਜ਼ ਕਰਾਰ ਦੇਣਾ, ਜਿਹੜੇ ਸ਼ਖਸ ਦਾ ਰੇਲ ਗੱਡੀ ਦੇ ਵਿੱਚ ਟ੍ਰੇਨ ਦੇ ਫੱਟੇ ਦੇ ਉੱਤੇ ਤਲਾਮ ਪਿਆ ਹੁੰਦਾ ਹੋਵੇ ਉਹਨੂੰ, ਤੇ ਉਹ ਉੱਥੇ ਗੁਸਲਖਾਨਾ ਢੂੰਡਦਾ ਪਿਆ ਹੋਵੇ ਮੈਨੂੰ ਤਲਾਮ ਹੋ ਗਿਆ, ਜਿਹਦਾ ਕਿਰਦਾਰ ਇੰਝ ਦਾ ਹੋਵੇ ਕਿ ਕੰਜਰੀਆਂ ਦਾ ਪੈਸਾ ਵੀ ਉਹਨੇ ਨਾ ਛੱਡਿਆ ਹੋਵੇ, ਜਿਹੜੀਆਂ ਫਾਹਿਸ਼ਾ ਔਰਤਾਂ ਨੇ, ਜਿਸਮ ਫਰੋਸ਼ੀ ਦਾ ਪੈਸਾ, ਸੂਦ ਦਾ ਪੈਸਾ ਉਹਨੇ ਹੜਪ ਕੀਤਾ ਹੋਵੇ, ਜਿਨਨੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਣ, ਜਿਨਨੇ ਲੋਕਾਂ ਦੀਆਂ ਧੀਆਂ ਦੇ ਖਾਬ ਵੇਖ ਕੇ ਉਹਨਾਂ ਨੂੰ ਖਾਬਾਂ 'ਚ ਜੱਫੀਆਂ ਪਾਉਂਦਾ ਫਿਰੇ, ਉਹਨੂੰ ਨਬੀ ਪਾਕ ਦਾ ਜ਼ਿਲ ਔਰ ਬਰੂਜ਼ ਕਰਾਰ ਦੇਣਾ ਦਰਅਸਲ ਨਬੀ ਅਲੈਹਿਸਸਲਾਤੁ ਵਸਲਾਮ ਨੂੰ ਗਾਲੀ ਦੇਣ ਦੇ ਮੁਤਰਾਦਿਫ। ਤੇ ਆਲਰੇਡੀ ਮੁਸਲਮਾਨ ਇਸ ਗੱਲ ਦੇ ਉੱਤੇ ਸੀਖ ਪਾ ਨੇ ਕਿ ਤੁਸੀਂ ਉਹਨੂੰ ਨਬੀ ਮੰਨਣਾ ਮੰਨੋ, ਖੁਦਾ ਮੰਨਣਾ ਮੰਨੋ, ਖਸਮਾਂ ਨੂੰ ਖਾਓ। ਤੁਹਾਨੂੰ ਮੁਸਲਮਾਨਾਂ ਨੇ ਇਸੇ ਗੱਲ ਲਹਿਦਾ ਕਰ ਦਿੱਤਾ ਹੈ, ਤੁਸੀਂ ਜੋ ਮਰਜ਼ੀ ਮੰਨੀ ਜਾਓ, ਜਿਹਨੂੰ ਮਰਜ਼ੀ ਮੰਨੀ ਜਾਓ, ਲੇਕਿਨ ਜਦੋਂ ਤੁਸੀਂ ਨਬੀ ਪਾਕ ਦਾ ਜ਼ਿਲ ਔਰ ਬਰੂਜ਼ ਜਾਂ ਨਬੀ ਪਾਕ ਦੀ ਆਂਦੇ ਹੋ ਕਿ ਨਬੀ ਪਾਕ ਦੀ ਦੂਸਰੀ बेइज्जत है, ऐ भी मोहम्मद फिर उतर आए हैं हम में और आगे से हैं बढ़कर अपनी शाम है, मोहम्मद देखने हो जिसने अकमल गुलाम अहमद को देखे कादिया में। ये बकवास है, ये बेगैरती है। एक गंदे किरदार दे बंदे नूं दुनिया दे सब तो आला इंसान ਉਹਨਾਂ ਦੇ ਨਾਲ ਤਸ਼ਬੀਹ ਦੇਣੀ ਤੇ ਕਹਿਣਾ ਹੈ ਉਹਨਾਂ ਦਾ ਹੀ ਜ਼ਿਲ ਤੇ ਉਹਨਾਂ ਦਾ ਹੀ ਬਰੂਜ਼ ਹੈ ਤੇ ਉਹ ਹੀ ਦੁਬਾਰਾ ਆ ਗਏ ਨੇ। ਇਨਸਾਨੀਅਤ ਨਹੀਂ, ਉਹ ਆਲਰੇਡੀ ਆਪਣੇ ਵਾਸਤੇ ਜਿੰਨੀ ਕੁ ਨਫ਼ਰਤ ਸਮੇਟ ਚੁੱਕੇ ਨੇ ਉਹ ਕੋਈ ਥੋੜੀ ਨਹੀਂ ਹੈ। ਮਜ਼ੀਦ ਅਗਰ ਉਹ ਇੱਥੇ ਕਿਤਾਬਾਂ ਪੜ੍ਹ ਕੇ ਤੇ ਇਹੋ ਜਿਹੀਆਂ ਹਰਕਤਾਂ ਕਰਕੇ ਤੇ ਨਫ਼ਰਤ ਵਧਾਉਂਦੇ ਨੇ ਤੇ ਆਪਣੇ ਵਾਸਤੇ ਵਧਾਉਂਦੇ ਨੇ। ਨਾਲ ਲੈਣ ਨੂੰ ਜ਼ੋਰ ਜ਼ਰਾ ਜਿਹੜੀ ਚੀਜ਼ ਤੁਸੀਂ ਬਿਆਨ ਕਰ ਰਹੇ ਹੋ ਨਾ ਕਿ ਹੱਕ ਮਹਿਰ ਦੇ ਤੌਰ ਤੇ ਲਹਾਈ ਸੀ ਆਮਰ ਭਾਈ, ਉਹ ਅਗਰ ਦਾਇਮੀ ਨਿਕਾਹ ਹੋਵੇ ਤੇ ਦਾਇਮੀ ਨਿਕਾਹ ਦੇ ਵਿੱਚ ਆਮਦਨ ਦਾ ਇੱਕ ਹਿੱਸਾ ਮੁਕਰਰ ਨਹੀਂ ਕੀਤਾ ਜਾਂਦਾ। ਤੁਹਾਨੂੰ ਵੀ ਪਤਾ ਮੁਤਾਏ ਨਿਕਾਹ ਦੀਆਂ ਤੁਸੀਂ ਜਾ ਕੇ ਉਹ ਸ਼ਰਤਾਂ ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋਣੇ, ਠੀਕ ਹੈ। ਮਤਲਬ ਉਹਦੇ ਵਿੱਚ ਇੱਕ ਮੁੱਦਤ ਮੁਕਰਰ ਕੀਤੀ ਜਾਂਦੀ ਔਰ ਮੁੱਦਤ ਦੇ ਅੰਦਰ ਹੀ ਤੁਸੀਂ ਸਾਰੀ ਉਹਦੇ ਜਦੋਂ ਨਾਨੋ ਨਫਕਾ ਨੇ ਔਰ ਹੱਕ ਮਹਿਰ ਮੁਕਰਰ ਕਰਦਾ ਟਾਈਮ ਦੇ ਵਿੱਚ ਦੇਣਾ ਹੁੰਦਾ। ਹੁਣ ਜਿਵੇਂ ਹੱਕ ਮਹਿਰ ਦਾ ਜਿਵੇਂ ਆ ਤੁਸੀਂ ਆਖਦੇ ਹੋ ਕਿ 2 ਸਾਲ ਦੀ ਬਾਗ ਦੀ ਆਮਦਨ ਦਾ 2 ਸਾਲ ਇੱਕ ਮੁੱਦਤ ਮੁਕਰਰ ਕੀਤੀ ਗਈ, ਉਸ ਨੂੰ ਦਾਇਮੀ ਕਿਉਂ ਨਹੀਂ ਕੀਤਾ ਗਿਆ? ਮੇਰਾ ਇਹ ਸਵਾਲ ਹੈ। ਜਿਵੇਂ ਮੁਬਾਰਕਾ ਬੇਗਮ ਦਿੱਤੀ ਸੀ, ਇਹ ਦਾਇਮੀ ਵਾਲਾ ਲਫ਼ਜ਼ ਮੈਨੂੰ ਨਹੀਂ ਸਮਝ ਆ ਰਿਹਾ। ਨਿਕਾਹ ਤੇ ਉਹਨਾਂ ਨੇ ਮੁਸਤਕਿਲ ਹੀ ਕੀਤਾ ਸੀ ਮੁਬਾਰਕਾ ਬੇਗਮ ਦਾ ਨਵਾਬ ਮੁਹੰਮਦ ਖਾਨ ਨਾਲ, ਤੇ ਜਿਹੜਾ ਮੁਸਤਕਿਲ ਨਿਕਾਹ ਕੀਤਾ ਹੈ ਉਹਦਾ ਹੱਕ ਮਹਿਰ ਲੈ ਲਿਆ, ਗੱਲ ਠੀਕ ਹੈ, ਹੱਕ ਮਹਿਰ ਲਿਖਵਾ ਲਿਆ ਤੇ ਉਹਦੇ ਬਾਅਦ ਉਹਨੂੰ ਇਹ ਗੱਲ ਠੀਕ ਹੈ ਕਿ 2 ਸਾਲ ਦੀ ਜਾਗੀਰ ਲਿਖਵਾਈ ਹੈ, ਲੇਕਿਨ ਉਹ ਕੋਈ ਆਰਜ਼ੀ ਨਿਕਾਹ ਨਹੀਂ ਉਹਨਾਂ ਨੇ ਕੀਤਾ। ਨਿਕਾਹ ਉਦੋਂ ਕਰਕੇ ਸਾਲ ਬਾਅਦ ਰੁਖਸਤੀ ਕਰਨੀ ਸੀ, ਇਹ ਵੀ ਗੱਲ ਠੀਕ ਹੈ। ਇਹ ਵੀ ਮਿਰਜ਼ਾ ਸਾਹਿਬ ਦੱਸਿਆ ਸੀ, ਮੈਂ ਖਾਬ 'ਚ ਬੱਕਰਾ ਜ਼ਿਬਾ ਹੋਇਆ ਵੇਖਿਆ ਤੇ ਉਹਦੀ ਇੱਥੇ ਲੱਤ ਜਿਹੜੀ ਹੈ ਨਾ ਉਹ ਟੰਗੀ ਵੇਖੀ ਆਪਣੇ ਵਿਹੜੇ ਤੇ। ਇਹ ਵੀ ਉਹਨੂੰ ਦੱਸਿਆ ਸੀ ਨਵਾਬ ਮੁਹੰਮਦ ਖਾਨ ਨੂੰ, ਬਈ ਇਹ ਸਾਡੇ ਤੇ ਤੁਹਾਡੇ ਘਰ ਦੇ ਵਿੱਚ ਹੀ ਹੈ ਜੋ ਕੋਈ ਹੈ, ਕੋਈ ਇਹੋ ਜਿਹਾ ਵਾਕਿਆ ਹੋਣ ਵਾਲਾ ਹੈ। ਤੇ ਸਾਲ ਦੀ ਡੇਟ ਵੀ ਮਿਰਜ਼ਾ ਸਾਹਿਬ ਪਾਤੀ ਸੀ ਵੀ ਸਾਲ ਬਾਅਦ ਇਹਦੀ ਰੁਖਸਤੀ ਹੋਵੇਗੀ ਮੁਬਾਰਕਾ ਦੇ, ਲੇਕਿਨ ਉਹ ਆਰਜ਼ੀ ਨਿਕਾਹ ਨਹੀਂ ਸੀ, ਹੈ ਉਹ ਮੁਸਤਕਿਲ ਨਿਕਾਹ ਸੀ। ਮੈਂ 1 ਮਿੰਟ ਜ਼ਰਾ ਬਿਜ਼ੀ ਹਾਂ, ਗੱਲ ਕਰੂੰਗਾ। हाँ जी शाह साहब, अस्सलाम वालेकुम।
वालेकुम सलाम। करो यार, मैं भी ना थोड़ा जा मसरूफ जिहा वां, इंशाल्लाह मैं हाजिर होना वा। जारी रखो। ਜਿਹੜਾ ਧੀਆਂ ਵੇਚੇ ਔਰ ਧੀਆਂ ਦੀ ਕਮਾਈ ਖਾਵੇ, ਉਹ ਕੈਸਾ ਸ਼ਖਸ ਹੋ ਸਕਦਾ ਹੈ? ਐਡਾ ਗੰਦਾ ਕਿਰਦਾਰ ਹੋਣ ਦੇ ਬਾਵਜੂਦ ਧੀਆਂ ਦੀ ਕਮਾਈ ਖਾਣ ਵਾਲਾ, ਉਹਨੂੰ ਕੀ ਕਿਹਾ ਜਾ ਸਕਦਾ? ਦੱਲਾ ਕਿਹਾ ਜਾ ਸਕਦਾ ਨਾ? हाँ जी, कह नहीं सकता कि कहो, शौक नाल कहो। हाजरा जी बड़े वड्डे दल्ले सन, एक नंबरी दल्ले सा जे। ओ मैं ते ओ किताब जड़ी लिखी ये मिर्जा कादियानी इन हीरा मंडी, ओए होए होए 256 सफे दी किताब है ते तकरीबन 70 तो जायद हवाला जात ने, जिदे च यही साबित किया जी हजरत मसीह साहब बड़े वड्डे दल्ले सन, चकला चलाते सन, कोठे चलाते सन। ਉਹ ਇਹਨਾਂ ਦੀ ਸਰਪ੍ਰਸਤੀ ਦੇ ਵਿੱਚ ਹੀਰਾ ਮੰਡੀ ਚੱਲ ਰਹੀ ਸੀ, ਤੁਆਇਫਾਂ ਨੱਚਦੀਆਂ ਸਨ, ਮੁਜਰੇ ਵੇਖਦੇ ਸਨ ਹਜ਼ਰਤ ਜੀ, ਪੈਸੇ ਲੈਂਦੇ ਸਨ ਕੰਜਰੀਆਂ ਕੋਲੋਂ। ਕੰਮ ਨੱਪ ਕੇ ਰੱਖਿਆ ਸੀ ਇਹਨਾਂ ਨੇ ਹਜ਼ਰਤ ਜੀ ਨੇ। ਮੁਫਤੀ ਸਾਹਿਬ, ਜਿਵੇਂ ਅਮਰ ਭਾਈ ਨੇ ਗੱਲ ਕੀਤੀ ਹੈ ਕਿ ਰੁਖਸਤੀ ਵੀ ਨਹੀਂ ਸੀ ਕੀਤੀ ਤੇ ਜਿਹੜੀ ਆਮਦਨ ਲਿਖਾਈ ਸੀ ਬਤੌਰ ਹੱਕ ਮਹਿਰ, ਤੇ ਉਹ ਰੁਖਸਤੀ ਕਰਨ ਤੋਂ ਪਹਿਲਾਂ ਹੀ ਲੈ ਕੇ ਤੇ ਖਾ ਲਈਏ, ਉਹ ਜਾਇਜ਼ ਹੈ? ਇਸ ਰੂਹਾਨੀ ਸਿਲਸਿਲੇ ਵਿੱਚ ਹਰ ਚੀਜ਼ ਜਾਇਜ਼ ਹੈ। ਕਾਦੀਆਨੀ ਰੂਹਾਨੀ ਸਿਲਸਿਲਾ ਹੀ ਐਸਾ ਵੇ ਕਿ ਜਿਹੜਾ ਹਰ ਸਿਆਹ ਨੂੰ ਸਫੇਦ ਕਰ ਦਿੰਦਾ। ਸਮਝ ਆਈ? ਹੱਕ ਮਹਿਰ ਤੇ ਜਿਹੜੀ ਬੇਗਮ ਹੁੰਦੀ, ਜਿਹੜੀ ਉਹ ਇਸਤੇਮਾਲ ਕਰ ਸਕਦੀ ਹੈ, ਉਹਦੇ ਘਰ ਵਾਲੇ ਤੇ ਇਸਤੇਮਾਲ ਨਹੀਂ ਨਾ ਕਰ ਸਕਦੇ। ਹਾਂ ਬਿਲਕੁਲ ਹੈ ਜੀ, ਗੱਲ ਠੀਕ। ਤੇ ਮਿਰਜ਼ਾ ਸਾਹਿਬ ਤੇ ਉਹ ਰੁਖਸਤੀ ਵੀ ਨਹੀਂ ਕੀਤੀ ਤੇ ਪਹਿਲਾਂ ਹੀ ਲਿਖਾ ਲਈ, 2 ਸਾਲ ਲੈ ਕੇ ਖਾਂਦੇ ਵੀ ਰਹੇ ਨੇ ਇਹਦੀ ਆਮਦਨ। ਇਹ ਜਿਹੜੀ ਤੁਸੀਂ ਜਿਹੜਾ ਸ਼ਿਕਵੇ ਦਾ ਇਜ਼ਹਾਰ ਕਰ ਰਹੇ ਹੋ, ਤੇ ਤੁਹਾਡਾ ਦੀਨੇ ਇਸਲਾਮ ਤੁਹਾਨੂੰ ਕਹਿੰਦਾ ਨਾ ਪਿਆ, ਲੇਕਿਨ ਉਧਰ ਤੇ ਮਾਮਲੇ ਕੁਝ ਹੋਰ ਨੇ। ਉਧਰ ਤੇ ਉਹਨਾਂ ਦਾ ਆਪਣਾ ਦੀਨ, ਆਪਣਾ ਹੀ ਮਜ਼ਹਬ, ਆਪਣਾ ਹੀ ਕਾਇਦੇ ਕੁਲੀਏ, ਆਪਣੀ ਫਿਕਾ, ਆਪਣੇ ਹੀ ਅਸੂਲ, ਆਪਣੇ ਹੀ ਸਭ ਕੁਝ। ਹੁਣ ਉਧਰ ਤੁਸੀਂ ਮੁਆਜ਼ਨਾ ਨਹੀਂ ਦੀਨੇ ਇਸਲਾਮ ਦਾ ਕਰ ਸਕਦੇ। ਨਹੀਂ, ਅਸੀਂ ਮੁਆਜ਼ਨਾ ਨਹੀਂ ਕਰ ਰਹੇ। ਮੈਂ ਇੱਕ ਗੱਲ ਨਾ ਜਿਹਨੂੰ ਨਜਫ ਕਰਨਾ ਪਿਆ, ਜੇ ਉਹਨਾਂ ਦੇ ਵਿੱਚ ਸਭ ਕੁਛ ਤੇ ਦੂਜਿਆਂ ਤੇ ਕਿਉਂ ਉਂਗਲ ਚੁੱਕਦੇ ਨੇ? ਨਹੀਂ, ਇਹ ਗੱਲ ਬਸ ਤੁਹਾਡੀ ਕਰਨ ਵਾਲੀ ਹੈ ਵੇ ਕਿ ਭਾਈ ਤੁਹਾਡਾ ਆਪਣਾ ਦੀਨ ਹੈ, ਤੁਸੀਂ ਉਹਨੂੰ ਸਮੇਟੋ ਬਸ, ਤੇ ਦੂਸਰੇ ਦੇ ਦੀਨ ਦੇ ਉੱਤੇ ਉਂਗਲ ਨਾ ਚੁੱਕੋ। ਦੂਜੇ ਵੀ ਤੇ ਲੱਗੇ ਇਹਦੇ ਚ ਕੋਈ ਹਰਜ ਨਹੀਂ ਹੈ। ਜੋਜ਼ੋ ਸਾਹਿਬ ਕੁਝ ਗੱਲ ਕਰਨਾ ਚਾਹੁੰਦੇ ਨੇ, ਵੱਡੀ ਸਕਰੀਨ ਕੀਤੀ ਨੇ। ਆਮਰ ਭਾਈ ਥੋੜਾ ਜਿਹਾ ਮੁਫਤੀ ਸਾਹਿਬ ਅਗਰ ਇੱਥੇ ਰਹਿਣਗੇ ਤੇ ਅੱਛੀ ਗੱਲ ਹੈ, ਨਹੀਂ ਤਾਂ ਅਗਰ ਉਹ ਬਿਜ਼ੀ ਨੇ ਤੇ ਤਦ ਵੀ ਕੋਈ ਮਸਲਾ ਨਹੀਂ। ਆਮਿਰ ਭਾਈ ਤੇ ਮੁਫਤੀ ਸਾਹਿਬ ਦੇ ਹੁੰਦੇ ਅਗਰ ਗੱਲ ਹੋ ਜਾਏ ਤੇ ਹਾਂ ਕਰੋ ਕਰੋ ਕਰੋ, ਮੈਂ ਮਾਈਕ ਮਿਊਟ ਕਰਨ ਲੱਗਾ। ਕਰੋ ਕਰੋ। ਨਹੀਂ ਤੁਸੀਂ ਇੱਥੇ ਰਹਿਣਾ ਹੈ ਆਮਿਰ ਭਾਈ। ਮੈਂ ਇੱਥੇ ਹੀ ਆ ਬਾਬਾ ਜੀ, ਇੱਥੇ ਹੀ ਆ ਟੋਰੋ। ਜਾਵੇ ਨੇ ਆਮਰ ਤਾਂ ਕਰਕੇ ਮਤਲਬ ਸ਼ਾਹ ਸਾਹਿਬ ਉਹ ਤਾਂ ਕੋਈ ਗੱਲ ਨਹੀਂ, ਸਵਾਲ ਕਰਨ 100 ਬਿਸਮਿਲ੍ਲਾ ਜਿੰਨੀ ਵਾਰੀ ਮਰਜ਼ੀ ਕਰਨ, ਮੁਤਾਇਨਕਾ ਦੇ ਉੱਤੇ ਗੱਲ ਕਰਨੀ ਨੇ ਮੁਤਾਇਨਕਾ ਦੇ ਉੱਤੇ ਗੱਲ ਕਰਨ, ਲੇਕਿਨ ਇਹ ਚੀਜ਼ ਵੇਖ ਲੈਣ ਕਿ ਆਪਣੇ ਘਰ ਚੀਜ਼ ਪਾਈ ਜਾਂਦੀ ਕਿ ਨਹੀਂ ਪਾਈ ਜਾਂਦੀ, ਲਾਜ਼ਮੀ ਕਰਨ। ਚਲੋ ਜੀ, ਮੁਸਤਕਿਲ ਨਿਕਾਹ ਹੀ ਸਹੀ ਹੋ ਗਿਆ। ਲੇਕਿਨ ਮਿਰਜ਼ਾ ਗੁਲਾਮ ਕਾਦੀਆਨੀ ਨੇ ਜਿਸ ਤਰ੍ਹਾਂ ਆਪਣੀਆਂ ਧੀਆਂ ਵਿੱਚ 56,000 ਦੇ ਇਵਜ਼ 56,000 ਸ਼ਾਹ ਸਾਹਿਬ ਰਕਮ ਸੀ ਨਾ, ਭਾਵੇਂ 56,000 ਬਹੁਤ ਸ਼ੁਕਰੀਆ ਜਾਨਵਰ ਮੁਫਤੀ ਸਾਹਿਬ ਇੱਥੇ ਇਹਨਾਂ ਦੇ। ਚਲੋ ਅੱਛਾ,